ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨ ਤਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਸ ਕ੍ਰਿਤ ਕੋ ਕਰਤੇ ਗੁਰੂ ਕਹਿਨ ਸੁਨਨ ਬਿਸਤਾਰ। ਬੀਤ ਗਈ ਅਧ ਜਾਮਨੀ ਚਹ ਪ੍ਰਲੋਕ ਪਧਾਰ। ਇਸ ਕ੍ਰਿਤ ਕੋ ਕਰਤੇ ਗੁਰੂ ਕਹਿਨ ਸੁਨਨ ਬਿਸਤਾਰ। ਬੀਤ ਗਈ ਅਧ ਜਾਮਨੀ ਚਹ ਪ੍ਰਲੋਕ ਪਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਦੀ ਕਿਰਪਾ ਦਿਖ ਜਾਣੇ। ਗੁਰੂ ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਜੀ ਦੇ ਸੰਧਿਆ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ ਆਪ ਜੀ ਨਿਤਾ ਪ੍ਰਤੀ ਹਾਜ਼ਰੇ ਪਰ ਕਰਕੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰ ਕਰਦੀ ਮਹਾਨ ਵਡਿਆਈ ਸਿਫਤ ਸਲਾਘਾ ਸਰਵਣ ਕਰਨ ਵਾਸਤੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਹਰ ਰੋਜ਼ ਦੀ ਤਰ੍ਹਾਂ ਗੁਰੂ ਚਰਨਾਂ ਵਿਖੇ ਸਜ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਦੇ ਪਾਵਨ ਪਵਿੱਤਰ
ਜੀਵਨ ਪ੍ਰਸੰਗ ਜੀਵਨ ਕੌਤਕ ਆਪਾਂ ਲੜੀਵਾਰ ਰੂਪ ਅੰਦਰ ਸ਼ਰਵਣ ਕੀਤੇ ਹਨ। ਸਤਿਗੁਰਾਂ ਦਾ ਪਾਵਨ ਪਵਿੱਤਰ ਜੀਵਨ ਜੈਸਾ ਹੈ ਉਹ ਸਾਰਾ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਹੁਤ ਸੋਹਣੇ ਢੰਗ ਨਾਲ ਸੰਗਤਾਂ ਨੂੰ ਸ਼ਰਵਣ ਕਰਵਾਇਆ ਹੈ। ਸਤਿਗੁਰੂ ਬਾਲਾ ਪ੍ਰੀਤਮ ਜੀ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਜਿਨ੍ਹਾਂ ਦਾ ਨਾਮ ਧਿਆਉਣੇ ਕਾਰਨ ਆਦਿ ਵਿਆਧੀ ਉਪਾਧੀ ਸਭ ਰੋਗਾਂ ਦਾ ਨਾਸ਼ ਹੁੰਦਾ। ਇਹ ਮਹਾਰਾਜ ਸਤਿਗੁਰੂ ਜੀ ਜਿਨ੍ਹਾਂ ਦਿੱਲੀ ਵਿਖੇ ਪਹੁੰਚ ਕਰ ਜਿਨ੍ਹਾਂ ਸਮਿਆਂ 'ਚ ਪਾਤਸ਼ਾਹ ਦਿੱਲੀ ਪਹੁੰਚੇ ਉਸ ਸਮੇਂ ਸੰਗਤ ਜੀ ਦਿੱਲੀ ਦੇ ਵਿੱਚ ਬਹੁਤ ਭਾਰੀ ਭਿਆਨਕ ਰੋਗ, ਛੂਤ ਦੇ ਰੋਗ ਆਦਿਕ ਫੈਲ ਰਹੇ ਸਨਗੇ। ਦਾਤੇ ਸਤਿਗੁਰਾਂ ਨੇ ਸਾਰੇ ਜੀਆਂ ਨੂੰ ਮੇਰਾਂ ਦੀ ਸੁੱਖਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੁ ਉਬਾਰ। ਬਹੁਤ ਮੇਰਾਂ ਕੀਤੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਤਸ਼ਾਹ ਨੇ, ਰੋਗੀਆਂ ਦੇ ਰੋਗ ਨਾਸ਼ ਕੀਤੇ। ਇਕੱਲੇ ਸਰੀਰਕ ਰੋਗ ਨਹੀਂ, ਸਾਧ ਸੰਗਤ ਜੀ ਮਨੁੱਖਾਂ ਨੂੰ, ਜੀਵਾਂ ਨੂੰ 3 ਪ੍ਰਕਾਰ ਦੇ ਰੋਗ ਮੰਨੇ ਹੈ। ਇੱਕ ਆਦਿ ਰੋਗ ਹੁੰਦੇ ਹੈ, ਦੂਜੇ ਵਿਆਧੀ ਤੇ ਤੀਜੇ ਉਪਾਦ ਕਹਿ ਦਿੰਦੇ ਉਪਾਧੀ ਰੋਗ। ਆਦਿ ਰੋਗ ਮਨ ਦੇ ਰੋਗਾਂ ਨੂੰ ਆਖਿਆ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਜਿਨ੍ਹਾਂ ਦੇ ਲੱਛਣ ਮਨੁੱਖ ਦੇ ਕਰਮਾਂ ਤੋਂ ਪਤਾ ਲੱਗ ਜਾਣ, ਸਰੀਰ ਤੋਂ ਨਾ ਪਤਾ ਲੱਗਣ। ਕਿਉਂਕਿ ਜਿਹੜਾ ਮਨ ਦਾ ਹੰਕਾਰੀ ਹੈ ਉਹਦੀ ਕਿਰਿਆ ਤੋਂ ਫਿਰ ਲੱਛਣ ਪ੍ਰਗਟ ਹੁੰਦੇ ਵੀ ਇਹ ਹੰਕਾਰੀ ਹੈ। ਕ੍ਰੋਧੀ ਦੀ ਕਿਰਿਆ ਦੱਸੇਗੀ ਵੀ ਇਹ ਕ੍ਰੋਧੀ ਹੈ। ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹ। ਕੋਈ ਡਾਕਟਰ, ਕੋਈ ਵੈਦ ਐਸਾ ਨਹੀਂ ਹੈ ਜਿਹੜਾ ਆਦਿ ਰੋਗ ਭਾਵ ਮਨ ਦੇ ਰੋਗਾਂ ਦਾ ਦਾਰੂ ਦੇ ਸਕੇ। ਤੋ ਆਦਿ ਰੋਗ ਜੋ ਕਿ ਮਨ ਦੇ ਹੈ, ਮਨ ਦੇ ਰੋਗਾਂ ਦੀ ਦਵਾਈ ਕੇਵਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਹੈ। ਸਗਲ ਰੋਗ ਕੋ ਔਖਦ ਨਾਮ, ਨਾਮ ਦੇ ਨਾਲ ਹੀ ਆਦਿ ਰੋਗ ਕਾਮ, ਕ੍ਰੋਧ, ਮੋਹ, ਅਹੰਕਾਰ ਮਾਰੇ ਜਾ ਸਕਦੇ ਹੈ। ਸਤਿਗੁਰਾਂ ਦੀ ਗੁਰਬਾਣੀ ਸ਼ੁਭ ਗੁਣਾਂ ਦੀ ਦਾਤੀ ਹੈ। ਇਹਦੇ ਵਿੱਚੋਂ ਹੀ ਸਤ ਪੈਦਾ ਹੁੰਦਾ ਹੈ, ਜਤ ਪੈਦਾ ਹੁੰਦਾ ਹੈ, ਜਿਹੜਾ ਕਾਮ ਨੂੰ ਮਾਰਦਾ ਹੈ। ਗੁਰਬਾਣੀ ਵਿੱਚੋਂ ਹੀ ਸੰਤੋਖ ਦੀ ਦਾਤ ਪ੍ਰਾਪਤ ਹੁੰਦੀ, ਜਿਹੜਾ ਸੰਤੋਖ ਪਾਵਨ ਉਹ ਲਾਲਚ ਨੂੰ ਮਾਰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਦੀ ਵਿਚਾਰ ਦੀ ਤੇ ਨਿਮਰਤਾ ਦੀ ਦਾਤ ਗੁਰਬਾਣੀ ਦਿੰਦੀ ਹੈ। ਜਿਹੜੀ ਨਿਮਰਤਾ, ਜਿਹੜੀ ਵਿਚਾਰ ਕ੍ਰੋਧ ਦਾ ਨਾਸ਼ ਕਰਦੀ ਹੈ। ਸਤਿਗੁਰੂ ਜੀ ਵਿਰਕਤਤਾ ਦਾ ਦਾਨ ਬਖਸ਼ਿਸ਼ ਕਰਦੇ, ਜਿਹੜੀ ਵਿਰਕਤ ਬਿਰਤੀ ਮੋਹ ਦਾ ਫਿਰ ਨਾਸ਼ ਕਰਦੀ ਹੈ। ਤੋ ਇਸ ਤਰ੍ਹਾਂ ਮਨ ਦੇ ਰੋਗਾਂ ਨੂੰ ਆਦਿ ਰੋਗ ਆਖਿਆ ਜਾਂਦਾ ਹੈ। ਦੂਜੇ ਰੋਗ ਸਾਧ ਸੰਗਤ ਜੀ ਵਿਆਧੀ ਰੋਗ ਮੰਨੇ ਹੈ। ਵਿਆਧੀ ਰੋਗ ਨਾਮ ਸਰੀਰ ਦੇ ਰੋਗਾਂ ਦਾ, ਜਿਹੜੇ ਸਰੀਰ ਤੋਂ ਜਿਨ੍ਹਾਂ ਦੇ ਲੱਛਣ ਪ੍ਰਗਟ ਹੋਣ, ਪਿੰਡਾ ਬਹੁਤ ਤਪੇ ਤੇ ਅੰਦਾਜ਼ਾ ਲਾਇਆ ਜਾਂਦਾ ਵੀ ਇਹਦਾ ਤਾਪਮਾਨ ਵਧਿਆ, ਜਿਹਨੂੰ ਤਾਪ ਬੁਖਾਰ ਕਹਿ ਦਿੰਦੇ। ਤੇ ਜਿਵੇਂ ਬਾ, ਕਫ, ਪਿੱਤ ਇਹ ਰੋਗ ਮੰਨੇ ਆ ਆਦਿ ਰੋਗਾਂ। ਵਾਹਿਗੁਰੂ ਵਿਆਧੀ ਵਿੱਚ ਜਦੋਂ ਕਫ, ਬੈ, ਪਿੱਤ ਇਹ ਵਿਗੜ ਜਾਵੇ ਫਿਰ ਉਹ ਰੋਗ ਵਿਆਧੀ ਪੈਦਾ ਹੁੰਦੇ ਹੈ।
ਵਿਆਧੀ ਰੋਗ ਨਾਮ ਸਰੀਰ ਦੇ ਰੋਗਾਂ ਦਾ। ਇਹਨਾਂ ਦੀ ਦਵਾਈ ਦਾਰੂ ਸੰਸਾਰ ਵਿੱਚ ਬਾਹਰੀ ਤੌਰ 'ਤੇ ਬੇਅੰਤ ਡਾਕਟਰ ਬੇਅੰਤ ਵੈਦਾਂ ਪਾਸੋਂ ਮਿਲ ਜਾਂਦੀ ਹੈ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਦਾ ਘਰ ਜਿੱਥੇ ਆਦਿ ਰੋਗਾਂ ਦਾ ਨਾਸ਼ ਕਰਨ ਦਾ ਦਾਤਾ ਹੈ, ਉੱਥੇ ਮਹਾਰਾਜ ਵਿਆਧੀ ਰੋਗਾਂ ਨੂੰ ਵੀ ਨਾਸ਼ ਕਰਦੇ ਹੈ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਦੇ ਅੰਦਰੋਂ ਰੋਗਾਂ ਦਾ ਡੇਰਾ ਪੱਟ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਕਿਵੇਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਧੁਰ ਕੀ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਆਦਿ ਵਿਆਧੀ ਰੋਗਾਂ ਦਾ ਨਾਸ਼ ਕੀਤਾ। ਵਿਸ਼ੇਸ਼ ਕਰਕੇ ਚੇਚਕ ਵਰਗੇ ਰੋਗ ਸਨਗੇ ਦਿੱਲੀ 'ਚ ਉਹਨਾਂ ਦਿਨਾਂ ਵਿੱਚ ਮਹਾਰਾਜ ਨੇ ਕਿਰਪਾ ਕੀਤੀ। ਬਹੁਤ ਭਾਰੀ ਰੋਗੀ ਠੀਕ ਹੋਏ, ਜੀਵਨ ਦੀ ਦਾਤ ਮਹਾਰਾਜ ਦੇ ਘਰੋਂ ਪ੍ਰਾਪਤ ਹੋਈ। ਤੀਜੇ ਰੋਗ ਉਪਾਧੀ ਰੋਗ ਮੰਨੇ ਆ। ਇਹਨਾਂ ਨੂੰ ਤਿੰਨ ਤਾਪ ਵੀ ਕਹਿ ਦਿੰਦੇ ਆ। ਤਿੰਨ ਤਾਪ ਕਹੋ, ਤਿੰਨ ਰੋਗ ਕਹੋ। ਆਦਿ ਮਨ ਦੇ, ਵਿਆਧੀ ਸਰੀਰ ਦੇ, ਉਪਾਧੀ ਉੱਪਰੋਂ ਪੈਣ ਵਾਲੇ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਕਿ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਿਹੜਾ ਕੁਝ ਜਾਣਦਿਆਂ ਹੋਇਆਂ ਔਗਣ ਕਰਨਾ, ਪਤਾ ਹੈ ਵੀ ਇਸ ਕੰਮ ਵਿੱਚ ਘਾਟਾ ਹੈ, ਫੇਰ ਵੀ ਕੋਈ ਕਿਸੇ ਨੂੰ ਗਾਲ ਮੰਦੀ ਕੱਢਣੀ ਅਤੇ ਉਹ ਅੱਗੋਂ ਕੋਈ ਚੀਜ਼ ਕੱਢ ਕੇ ਸਿਰ 'ਚ ਮਾਰੇ, ਝਗੜਾ ਹੋ ਜਾਣਾ, ਲੜਾਈ, ਕੋਰਟ ਕਚਹਿਰੀਆਂ ਦੇ ਚੱਕਰ ਬਣ ਜਾਣੇ। ਇਹ ਸਾਰੇ ਉਪਾਧੀ ਰੋਗ ਮੰਨੇ ਜਿਹੜੇ ਮਨੁੱਖ ਆਪਦੀ ਅਗਿਆਨਤਾ ਕਰਕੇ ਸਹੇੜਦਾ ਹੈ। ਸਤਿਗੁਰੂ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾ ਕੋ ਬਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸਤਿਗੁਰੂ ਦਾਤੇ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਿੰਨਾਂ ਰੋਗਾਂ ਨੂੰ ਨਾਸ਼ ਕਰਨ ਦੇ। ਜਦੋਂ ਮਹਾਰਾਜ ਨੇ ਦਿੱਲੀ ਸਭ ਸੰਗਤਾਂ ਨੂੰ ਕਲਿਆਣ ਦੀ ਦਾਤ, ਸੁੱਖ ਦੀ ਦਾਤ ਬਖਸ਼ਿਸ਼ ਕੀਤੀ, ਤਾਂ ਉਹ ਮਹਾਰਾਜ ਨੇ ਸਮਾਂ ਵਿਚਾਰਿਆ। ਭਾਵੇਂ ਕਈ ਕਹਿ ਦਿੰਦੇ ਆ ਵੀ ਨਹੀਂ, ਮਹਾਰਾਜ ਨੇ ਦਿੱਲੀ ਦਾ ਰੋਗ ਆਪਦੇ ਉੱਪਰ ਲੈ ਲਿਆ। ਮਹਾਰਾਜ ਰੋਗ ਨਾ ਵੀ ਲੈਣ ਤਾਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਿੱਚ ਇੰਨੀ ਸਮਰੱਥਾ ਹੈ ਕਿ ਮਹਾਰਾਜ ਸੁਤੇ ਹੀ ਸਭ ਦੀ ਕਲਿਆਣ ਕਰ ਦੇਣ। ਸਤਿਗੁਰੂ ਨਹੀਂ ਲੋੜ ਵੀ ਜੇ ਰੋਗ ਨਾਸ਼ ਕਰਨ ਵਾਸਤੇ ਕਿਸੇ ਦਾ ਰੋਗ ਆਪਦੇ ਸਿਰ ਲੈਣਾ ਪਵੇ। ਗਰੀਬ ਨਵਾਜ ਤਾਂ ਸੁਤੇ ਸਿੱਧੀ ਸੁੱਖ ਸਰੂਪ ਹਨਗੇ, ਇਹਨਾਂ ਨੂੰ ਨਹੀਂ ਜ਼ਰੂਰਤ ਕਿਸੇ ਦਾ ਰੋਗ ਆਪਦੇ ਉੱਪਰ ਲੈਣ ਦੀ। ਮਹਾਰਾਜ ਤਾਂ ਸੁਤੇ ਸਿੱਧੀ ਕਿਰਪਾ ਕਰਕੇ ਸਭ ਦੀ ਕਲਿਆਣ ਕਰ ਸਕਦੇ ਆ। ਜਦੋਂ ਸੂਰਜ ਹਨੇਰਾ ਦੂਰ ਕਰਦਾ ਹੈ, ਕਦੇ ਸੂਰਜ ਨੂੰ ਹਨੇਰਾ ਆਪਦੇ ਕੋਲ ਲੈਣਾ ਪਿਆ ਵੀ ਹਨੇਰਾ ਮੈਂ ਲੈ ਲਵਾਂ ਅਤੇ ਫਿਰ ਇਹਨਾਂ ਦਾ ਹਨੇਰਾ ਦੂਰ ਹੋ ਜਾਏਗਾ। ਉਹ ਸੂਰਜ ਤਾਂ ਸੁਤੇ ਸਿੱਧੀ ਪ੍ਰਕਾਸ਼ ਸਰੂਪ ਹੈ। ਗੁਰੂ ਪਾਤਸ਼ਾਹ ਮਹਾਰਾਜ ਤਾਂ ਸੁਤੇ ਸਿੱਧ ਹੀ ਸੁੱਖ ਸਰੂਪ ਹਨ, ਸੁੱਖਾਂ ਦੇ ਦਾਤੇ ਹਨ। ਉਹ ਕਾਰਨ ਇਹ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਹੋਏ ਸਨਗੇ ਮਾਤਾ ਨਾਨਕੀ ਜੀ ਨੂੰ। ਸ੍ਰੀ ਕੀਰਤਪੁਰ ਸਾਹਿਬ ਜਦੋਂ ਧੰਨ ਗੁਰੂ ਬੰਦੀ ਛੋੜ ਮਹਾਰਾਜ ਸੱਚਖੰਡ ਚਾਲਾ ਪਾਉਣ ਲੱਗੇ, ਮਾਤਾ ਜੀ ਨੇ ਬੇਨਤੀ ਕੀਤੀ ਸੀ, ਸ਼ਾਹੀ ਸ਼ਹਿਨਸ਼ਾਹ ਸਭ ਤੁਹਾਡੇ 5 ਪੁੱਤਰ ਸਨ। ਵੱਡੇ ਬਾਬਾ ਗੁਰਦਿੱਤਾ ਜੀ ਉਹ ਜੋਤੀ ਜੋਤ ਸਮਾ ਗਏ, ਉਹਨਾਂ ਦੇ ਪੁੱਤਰ ਨੂੰ ਗੁਰੂ ਹਰਰਾਏ ਸਾਹਿਬ ਨੂੰ ਗੁਰਤਾ ਗੱਦੀ ਆਪ ਜੀਆਂ ਬਖਸ਼ਿਸ਼ ਕੀਤੀ। ਫਿਰ ਸੂਰਜ ਮੱਲ ਨੂੰ ਵਰਦਾਨ ਦਿੱਤੇ ਵੀ ਤੁਹਾਡੀ ਪੂਜਾ ਬਹੁਤ ਹੋਏਗੀ, ਸਤਿਕਾਰ ਬਹੁਤ ਵਧੇਗਾ ਅਤੇ ਅੰਸ ਬੰਸ ਬੜੀ ਵਧੇਗੀ। ਮੇਰੇ ਪੁੱਤਰ ਅਣੀ ਰਾਏ, ਅਟਲ ਰਾਏ, ਵਾਹਿਗੁਰੂ ਇਹ ਅਟਲ ਰਾਏ ਜੀ ਬਚਪਨ 'ਚ ਚਾਲਾ ਪਾ ਗਏ ਸਨ 13 ਵਰ੍ਹਿਆਂ ਦੀ ਉਮਰ ਵਿੱਚ, ਅਤੇ ਉਹਨਾਂ ਨੂੰ ਵਰਦਾਨ ਤੁਸੀਂ ਆਖਿਆ ਵੀ ਬਾਬਾ ਅਟਲ ਜੀ ਜੁਗੋ ਜੁਗ ਅਟਲ ਰਹਿਣਗੇ। ਤੋ ਮਹਾਰਾਜ ਮੇਰੇ ਪੁੱਤਰ ਤੇਗ ਬਹਾਦਰ ਨੂੰ ਕੀ ਦਿਓਗੇ? ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਸ਼ਾਦਾ ਛਕ ਰਹੇ ਸਨ, ਹੱਥ ਰੁਮਾਲ ਨਾਲ ਸਾਫ਼ ਕਰ ਰਹੇ ਸਨ ਛਕ ਕੇ ਪ੍ਰਸ਼ਾਦਾ। ਉਹ ਰੁਮਾਲ ਮਹਾਰਾਜ ਨੇ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਪਾਇਆ
ਵਰਦਾਨ ਦਿੱਤਾ ਸੀ ਵੀ ਤੁਹਾਡੇ ਪੁੱਤਰ ਤੇਗ ਬਹਾਦਰ ਸਮਾਂ ਆਏ ਤੇ ਸੰਸਾਰ ਵਿੱਚ ਭਾਰੀ ਗੁਰੂ ਪ੍ਰਗਟ ਹੋਣਗੇ। ਐਸੇ ਮਹਾਂ ਆਤਮਾ ਹੋਣਗੇ ਜਿਹੜੇ ਸਾਰੇ ਹਿੰਦੁਸਤਾਨ ਦੀ ਜਿਹੜੀ ਗੁਲਾਮੀ ਹੈ, ਸਾਰੇ ਹਿੰਦੁਸਤਾਨ ਦੀ ਜਿਹੜੀ ਗੁਰਬਤ ਹੈ, ਉਹਦਾ ਨਾਸ਼ ਕਰ ਦੇਣਗੇ। ਬੜੇ ਭਾਰੀ ਪਰਉਪਕਾਰੀ ਹੋਣਗੇ। ਤੇ ਸਮਾਂ ਆਏ ਤੇ ਇਹ ਨਾਨਕੀ ਗੁਰਤਾ ਗੱਦੀ ਵੀ ਤੁਹਾਡੇ ਘਰ ਆ ਜਾਏਗੀ। ਤੇ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਸੰਜੋਗ ਕਰਕੇ ਜਿਹੜਾ ਪੁੱਤਰ ਪੈਦਾ ਹੋਣਾ, ਉਹ ਬਹੁਤ ਭਾਰੀ ਮਹਾਂਬਲੀ ਸੂਰਮਾ ਪ੍ਰਗਟ ਹੋਵੇਗਾ, ਜਿਹੜਾ ਬਹੁਤ ਥੋੜ੍ਹੇ ਸਮੇਂ ਦੇ ਅੰਦਰ ਸੰਸਾਰ ਦੇ ਉੱਪਰ ਭਾਰੀ ਇਤਿਹਾਸ ਰਚੇਗਾ। ਉਹਨਾਂ ਵਰਗਾ ਜਰਨੈਲ ਸੰਸਾਰ 'ਤੇ ਨਾ ਜੰਮਿਆ, ਨਾ ਆਉਣ ਵਾਲੇ ਸਮੇਂ ਵਿੱਚ ਕਦੇ ਪੈਦਾ ਹੋਏਗਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ ਸਨਗੇ। ਆਖਿਆ ਆਪ ਜੀ ਹੁਣ ਇੱਥੋਂ ਚਾਲਾ ਪਾ ਜਾਓ ਅਤੇ ਬਾਬਾ ਬਕਾਲਾ ਸਾਹਿਬ ਚਲੇ ਜਾਓ। ਉਸ ਦਿਨ ਤੋਂ ਲੈ ਕੇ ਮਾਤਾ ਨਾਨਕੀ ਜੀ ਆਪਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਤੇ ਨੂੰਹ ਮਾਤਾ ਗੁਜਰ ਕੌਰ ਨੂੰ ਲੈ ਕੇ ਬਾਬਾ ਸ੍ਰੀ ਬਕਾਲਾ ਸਾਹਿਬ ਆ ਗਏ ਸਨ। ਇੱਥੇ ਰਹਿੰਦੇ ਰਹੇ। ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਹੁਤ ਲੰਮਾ ਸਮਾਂ ਜਪ ਤਪ ਵਿੱਚ ਜੀਵਨ ਮਹਾਰਾਜ ਨੇ ਬਤੀਤ ਕੀਤਾ। 26-27 ਸਾਲ ਮਹਾਰਾਜ ਜੀ ਭੋਰਾ ਸਾਹਿਬ ਵਿੱਚ ਰਹੇ। ਬਾਬਾ ਬਕਾਲਾ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ ਭੋਰਾ ਸਾਹਿਬ ਦੇ। ਇਸ ਤਰ੍ਹਾਂ ਸਾਧ ਸੰਗਤ ਜੀ ਬੜੀ ਭਾਰੀ ਤਪੱਸਿਆ ਸਾਧੀ ਗੁਰੂ ਤੇਗ ਬਹਾਦਰ ਜੀ ਸਾਹਿਬ ਪਾਤਸ਼ਾਹ ਨੇ। ਇੰਨੇ ਸਮੇਂ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਦਾ ਗੁਰੂ ਕਾਲ ਸਮਾਂ ਲੰਘਿਆ। ਉਸ ਤੋਂ ਬਾਅਦ ਗੁਰਤਾ ਗੱਦੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੂੰ ਪ੍ਰਾਪਤ ਹੋਈ। 2 ਸਾਲ ਤੇ ਕੁਝ ਮਹੀਨੇ ਗੁਰਤਾ ਗੱਦੀ ਪੁਰ ਰਹੇ ਆ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਬਾਲਾ ਪ੍ਰੀਤਮ ਨੇ ਉਹ ਵਕਤ ਜਾਣ ਲਿਆ ਵੀ ਸਾਡੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਪੂਰੇ ਹੋਣ ਦਾ ਸਮਾਂ ਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਤਾ ਵਰ, ਹੁਣ ਫਲੀ ਪੂਤ ਹੋਣ ਦਾ ਸਮਾਂ ਆ ਗਿਆ। ਤਾਂ ਮਹਾਰਾਜ ਨੇ ਥੋੜ੍ਹੀ ਜਿਹੀ ਉਮਰ 'ਚ ਹੀ ਆਪਦੀ ਸਾਰੀ ਕਿਰਿਆ ਸਮੇਟ ਲਈ ਤੇ ਚਾਲਾ ਪਾ ਗਏ ਸਨ ਸੱਚਖੰਡ ਨੂੰ, ਵੀ ਅਸੀਂ ਸੱਚਖੰਡ ਚਾਲਾ ਪਾਵਾਂਗੇ ਤਦੇ ਗੁਰਤਾ ਅੱਗੇ ਤੁਰੇਗੀ, ਕਿਸੇ ਹੋਰ ਕੋਲ ਜਾਏਗੀ। ਮਹਾਰਾਜ ਦਾ ਐਸਾ ਸਰੂਪ ਜਾਣ ਕੇ ਜਿਵੇਂ ਭਾਰੀ ਸਤਿਗੁਰੂ ਜੀ ਸਰੀਰ ਨੂੰ ਖੇਚਲ ਹੋਈ। ਭਾਈ ਗੁਰਬਖਸ਼ ਮੱਲ ਪੰਜੋਖਰਾ ਸਾਹਿਬ ਵਾਲੇ ਮਸੰਦ ਨਾਲ ਸਨ ਦਿੱਲੀ। ਇਹਨਾਂ ਬੇਨਤੀ ਕੀਤੀ, ਰਾਜੇ ਜੈ ਸਿੰਘ ਹੋਰ ਬੜੀਆਂ ਦਿੱਲੀ ਦੀਆਂ ਸੰਗਤਾਂ ਵੀ, ਮਹਾਰਾਜ ਸੰਗਤਾਂ ਨੂੰ ਫਿਰ ਇੱਦਾਂ ਹੀ ਲਵਾਰਸ ਛੱਡ ਜਾਓਗੇ। ਅਤੇ ਜਿਹੜੇ ਮਸੰਦ ਹੈ ਕੁਝ ਲਾਲਚੀ ਸੋਢੀ ਰਾਮ ਰਾਏ ਧੀਰਮਲ ਪ੍ਰਿਥੀਏ ਦੀ ਅੰਸ ਬੰਸ, ਉਹ ਤਾਂ ਸਿੱਖਾਂ ਨੂੰ ਮਹਾਰਾਜ ਸਣ ਕੱਪੜਿਆਂ ਖਾ ਜਾਣਗੇ, ਚਿੱਥ ਜਾਣਗੇ। ਮਾਇਆ ਦੇ ਬੜੇ ਲੋਭੀ ਹੈ ਅਤੇ ਥਾਂ ਥਾਂ ਮਹਾਰਾਜ ਗੁਰੂ ਬਣ ਕੇ ਬਹਿਣਗੇ। ਗੁਰੂ ਘਰ ਦੀ ਮਰਿਆਦਾ ਵਿਗਾੜ ਦੇਣੀ ਹੈ ਲੋਭੀ ਧਨ ਦਿਆਂ ਨੇ। ਪਾਤਸ਼ਾਹ ਜੀ ਸੰਗਤਾਂ ਨੂੰ ਇੱਦਾਂ ਨਾ ਛੱਡ ਕੇ ਜਾਓ। ਜਦੋਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਮਰਨ ਗੁਰਤਾ ਦਿੱਤੀ, ਸੰਗਤਾਂ ਨੂੰ ਲੜ ਲਾ ਕੇ ਗਏ ਗੁਰੂ ਅੰਗਦ ਦੇਵ ਸਾਹਿਬ ਦੇ। ਹੁਣ ਤੱਕ ਜਦੋਂ ਸੱਚਖੰਡ ਕੋਈ ਪਾਤਸ਼ਾਹ ਚਾਲਾ ਪਾਉਂਦੇ, ਉਦੋਂ ਆਉਣ ਵਾਲੇ ਸਮੇਂ ਵਾਸਤੇ ਸੰਗਤਾਂ ਨੂੰ ਗੁਰੂ ਕੇ ਲੜ ਲਾ ਕੇ ਜਾਂਦੇ ਵੀ ਤੁਹਾਡੇ ਗੁਰੂ ਇਹ ਹੋਣਗੇ। ਆਪ ਜੀ ਤਰਸ ਕਰੋ ਮਹਾਰਾਜ, ਸੰਗਤਾਂ ਰੁਲ ਜਾਣਗੀਆਂ ਤੁਹਾਡੇ ਤੋਂ ਬਾਅਦ। ਸੁਣ ਕੇ ਸਤਿਗੁਰਾਂ ਆਖਿਆ 5 ਪੈਸੇ ਤੇ ਨਾਰੀਅਲ ਲੈ ਕੇ ਆਓ। ਸਿੱਖ ਲਿਆਏ ਸੋਨੇ ਦੇ ਥਾਲ ਵਿੱਚ 5 ਪੈਸੇ ਨਾਰੀਅਲ। ਗੁਰੂ ਗਰੀਬ ਨਵਾਜ ਬਾਲਾ ਪ੍ਰੀਤਮ ਨੇ ਰਖਵਾ ਅਤੇ ਉਹ ਸੱਜੇ ਹੱਥ ਵਿੱਚ ਨਾਰੀਅਲ, ਉਸੇ 'ਚ ਹੀ ਪੈਸੇ 5 ਪਾ ਕੇ ਗਰੀਬ ਨਵਾਜ ਸਤਿਗੁਰਾਂ ਨੇ 3 ਵਾਰੀ ਉਹਦੀਆਂ ਪਰਿਕਰਮਾ ਭਾਵ ਆਪਦੇ ਹੱਥ ਨਾਲ ਘੁਮਾ ਕੇ ਅਤੇ ਫਿਰ ਉਹ ਇੱਕ ਗੋਲ ਚੱਕਰ ਜਿਵੇਂ ਥਾਂ ਪੋਚਿਆ ਹੋਇਆ ਸੀ, ਪੋਚਾ ਲਾ ਕੇ ਉਹ ਕਮਰੇ ਅੰਦਰ ਹੀ ਮਹਾਰਾਜ ਨੇ 3 ਪਰਿਕਰਮਾ ਵਿਹਲੇ ਥਾਂ ਦੀਆਂ ਕਰਕੇ ਲੈਣਗੇ। ਸਮਾਂ ਆਏ ਅਤੇ ਪ੍ਰਗਟ ਹੋਣਗੇ। ਸੰਗਤਾਂ ਖੁਸ਼ ਹੋ ਗਈਆਂ ਮਹਾਰਾਜ ਦਾ ਵਰਦਾਨ ਪ੍ਰਾਪਤ ਕਰਕੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ, ਜਦੋਂ ਬਹੁਤ ਰੌਲਾ ਪਾਉਂਦੇ ਅਗਿਆਨੀ ਲੋਕ, ਜਿਨ੍ਹਾਂ ਨੂੰ ਮਹਾਰਾਜ ਦੇ ਘਰ ਦੀ ਮਾਣ ਮਰਿਆਦਾ ਦਾ ਇਲਮ ਨਹੀਂ ਹੈ ਕਿ ਧੂਪ ਨਹੀਂ ਜੀ, ਵਾਹਿਗੁਰੂ ਜੋਤ ਨਹੀਂ ਜਗਾਉਣੀ ਚਾਹੀਦੀ। ਇਹ ਤਾਂ ਜੀ ਪਹਿਲੇ ਸਮੇਂ ਦੇ ਵਿੱਚ ਉਹ ਹਨੇਰਾ ਹੁੰਦਾ ਸੀ, ਲਾਲਟੈਣਾ ਨਹੀਂ ਸਨ ਅਤੇ ਤਾਂ ਜੋਤ ਜਗਾਉਂਦੇ ਹੈ। ਫਿਰ ਨਾਰੀਅਲ ਨਹੀਂ ਕਹਿੰਦੇ ਜੀ ਰੱਖਣਾ ਚਾਹੀਦਾ, ਕੁੰਭ ਨਾਰੀਅਲ, ਇਹ ਤਾਂ ਕਿ ਬ੍ਰਾਹਮਣਵਾਦ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਵੀ ਬ੍ਰਾਹਮਣ ਸਨ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਜਦੋਂ ਬਖਸ਼ੀ,
ਜਿਹੜਾ ਨਾਰੀਅਲ ਹੈ ਖਾਲਸਾ ਜੀ, ਫਲ ਬਹੁਤ ਹੈ ਸੰਸਾਰ 'ਤੇ, ਸੇਬ ਕੇਲੇ ਅੰਬ ਕਿੰਨੇ ਫਲ ਹੈ, ਹਰੇਕ ਨੂੰ ਕੀੜਾ ਪੈ ਸਕਦਾ। ਕਿਸੇ ਮਾੜੀ ਥਾਂ 'ਤੇ ਉਹ ਫਲ ਸੁੱਟ ਦਿਓ, ਗਲ ਜਾਂਦਾ। ਨਾਰੀਅਲ ਨੂੰ ਚਾਹੇ ਤੁਸੀਂ ਗੰਦੇ ਨਾਲੇ 'ਚ ਵੀ ਸੁੱਟ ਛੱਡੋ, ਵਿੱਚੋਂ ਗਿਰੀ ਨੂੰ ਉਹ ਪਾਣੀ ਨਹੀਂ ਜਾਏਗਾ। ਇਹਨੂੰ ਸ਼੍ਰੋਮਣੀ ਫਲ ਮੰਨਿਆ, ਸਾਰੇ ਫਲਾਂ ਦਾ ਰਾਜਾ ਫਲ ਹੈ, ਸ਼੍ਰੀ ਫਲ ਕਹਿੰਦੇ ਆ। ਅਤੇ ਇਹ ਝੂਠ ਨਹੀਂ ਕਬੂਲ ਕਰਦਾ ਕਦੇ ਵੀ, ਭਾਵ ਇਹਦੀ ਪਰਤੀ ਐਸੀ ਹੈ। ਅਤੇ ਸ਼੍ਰੀ ਫਲ ਜਾਣ, ਫਿਰ ਕੋਈ ਫਲ ਨਹੀਂ ਇਹੋ ਜਿਹਾ ਜਿਹਦੇ ਅੱਖਾਂ 'ਤੇ ਮੂੰਹ ਬਣਿਆ ਹੋਵੇ। ਤੁਸੀਂ ਵੇਖੋ, ਅਤੇ ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਵ ਹੁੰਦਾ ਹਰੇਕ ਚੀਜ਼ ਦਾ। ਜਦੋਂ ਗ੍ਰੰਥੀ ਸਿੰਘ ਪਾਠ ਕਰਦੇ, ਜਪਜੀ ਸਾਹਿਬ ਪੂਰਾ ਨਾ ਪੜ੍ਹਿਆ ਜਾਵੇ ਅਤੇ 5 ਪੌੜੀਆਂ ਪੜ੍ਹ ਕੇ ਮਗਰੋਂ ਸ਼ਲੋਕ ਪੜ੍ਹ ਦਿੰਦੇ ਆ। ਇਹਨੂੰ ਸੰਕੇਤਕ ਮਰਿਆਦਾ ਕਹਿੰਦੇ, ਵੀ ਸੰਕੇਤ ਮਰਿਆਦਾ ਦਾ ਸੰਕੇਤ ਹੈ। ਨਹੀਂ ਪੂਰਾ ਪੜ੍ਹਿਆ ਗਿਆ 5 ਪੌੜੀਆਂ ਪਹਿਲਾਂ ਅਤੇ ਮਗਰੋਂ ਸ਼ਲੋਕ, ਭਾਵ ਵੀ ਜਪਜੀ ਸਾਹਿਬ ਪੂਰੇ ਦਾ ਸੰਕੇਤ ਹੈ। ਆਨੰਦ ਸਾਹਿਬ ਜਿਵੇਂ 5 ਪੌੜੀਆਂ ਅਤੇ ਮੁੜ ਕੇ ਆਖਰੀ ਪੌੜੀ ਪੜ੍ਹ ਦਿੰਦੇ ਆ, ਉਹ ਸੰਕੇਤਕ ਮਰਿਆਦਾ ਵੀ ਚਲੋ ਸਮਾਂ ਨਹੀਂ ਬਣਿਆ, ਮਰਿਆਦਾ ਪੂਰੀ ਹੋ ਗਈ। 5 ਪੌੜੀਆਂ ਪਹਿਲੀਆਂ ਆਨੰਦ ਸਾਹਿਬ ਦੀਆਂ ਅਤੇ 40ਵੀਂ ਪੌੜੀ ਪੜ੍ਹੀ ਗਈ, ਮਰਿਆਦਾ ਪੂਰੀ ਹੋ ਗਈ ਇੱਕ ਵਾਰੀ। ਉਹ ਇਸ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਸ਼ਰਧਾ ਵਾਲੇ ਸਿੱਖ ਗੁਰੂ ਘਰ ਜਾਂਦੇ, ਕਛਹਿਰਾ ਪਰਨਾ ਨਹੀਂ ਕੋਲ ਹੈ, ਇਸ਼ਨਾਨ ਨਹੀਂ ਹੁੰਦਾ, ਕਹਿੰਦੇ ਚਲੋ 5 ਇਸ਼ਨਾਨਾਂ ਹੀ ਕਰ ਲਓ, ਕੁਛ ਤਾਂ ਹੈ। ਇਹ ਸੰਕੇਤਕ ਮਰਿਆਦਾ ਹੁੰਦੀ ਹੈ। ਉਹ ਨਾਰੀਅਲ ਦਾ ਜਿਹੜਾ ਪ੍ਰਸੰਗ ਹੈ, ਸਿਰ ਦਾ ਆਕਾਰ ਹੁੰਦਾ ਨਾਰੀਅਲ ਦਾ, ਅਤੇ ਨਾਰੀਅਲ ਰੱਖਣ ਦਾ ਇੱਕ ਭਾਵ ਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਧਾਰਨ ਵਾਸਤੇ ਸਿਰ ਦੇਣਾ ਪੈਂਦਾ। ਸਾਧ ਸੰਗਤ ਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਇਆ, ਸਿੱਖਾਂ ਤੋਂ ਕੀ ਮੰਗਿਆ ਸੀ? ਸਿਰ ਹੀ ਮੰਗੇ ਸਨ ਨਾ। ਅਤੇ ਗੁਰੂ ਧਾਰਨ ਦੀ ਇੱਕ ਮਰਿਆਦਾ ਵੀ ਸੀਸ ਭੇਟ ਕਰਨਾ ਪੈਂਦਾ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵ ਹੈ। ਤੋ ਸਿਰ ਦੇ ਆਕਾਰ ਕਾਰਨ, ਜਿਵੇਂ ਜੇ ਨਾਰੀਅਲ ਹੈ, ਇਹ ਇੱਕ ਸੰਕੇਤ ਹੁੰਦਾ ਵੀ ਪਾਤਸ਼ਾਹ ਅਸੀਂ ਤੁਹਾਨੂੰ ਸੀਸ ਭੇਟ ਕਰ ਰਹੇ ਹਾਂ, ਸੱਚੇ ਪਾਤਸ਼ਾਹ ਜੀ ਗੁਰੂ ਧਾਰਦੇ ਹਾਂ। ਅਤੇ 5 ਪੈਸੇ ਇਹ ਦੀਖਿਆ ਹੁੰਦੀ ਮਹਾਰਾਜ ਤੋਂ ਉਪਦੇਸ਼ ਲੈਣ ਦੀ। 5 ਪੈਸੇ ਨਾਰੀਅਲ, ਜਦੋਂ ਅਖੰਡ ਪਾਠ ਸਾਹਿਬ ਹੁੰਦਾ, ਜਿਵੇਂ 5 ਰੁਪਈਏ 10 ਰੁਪਈਏ ਉਹ ਨਾਰੀਅਲ ਦੇ ਵਿੱਚ ਬੰਨ੍ਹ ਦਿੰਦੇ ਆ ਗ੍ਰੰਥੀ ਸਿੰਘ ਸਾਹਿਬ, ਅਤੇ ਉੱਥੇ ਰੱਖ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਸੱਜੇ ਹੱਥ। ਕੱਲ੍ਹ ਨੂੰ ਕੋਈ ਆਖੂ ਜੀ ਚੌਰ ਸਾਹਿਬ ਦੀ ਕੀ ਲੋੜ ਹੈ, ਚੰਦੋਆ ਸਾਹਿਬ ਦੀ ਕੀ ਲੋੜ ਹੈ, ਮਰਨ ਧੂਪ ਦਿਖਾਉਣ ਦੀ ਕੀ ਲੋੜ ਹੈ। ਹੁਣ ਤਾਂ ਮੋਬਾਈਲਾਂ ਵਿੱਚ ਅਖੰਡ ਪਾਠ ਸਾਹਿਬ ਭਰਿਆ ਆ ਗਿਆ, ਗ੍ਰੰਥੀ ਕੀ ਕਰਨੇ ਆ, ਬਾਣੀ ਤਾਂ ਸੁਣਨ ਨਾਲ ਹੀ ਉਧਾਰ ਹੋਣਾ ਨਾ। ਅਤੇ ਉਹ ਟੇਪ ਲਾ ਦਿਓ, ਨਾਲੇ ਨਾ ਇਸ਼ਨਾਨ ਕਰਾਉਣਾ ਪਵੇ ਗ੍ਰੰਥੀਆਂ ਨੂੰ, ਨਾ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਪਵੇ। ਅਤੇ ਅਖੰਡ ਪਾਠ ਸਾਹਿਬ ਜਦੋਂ ਕਰਨਾ, ਨਾ ਸਰੂਪ ਲਿਆਉਣਾ ਪਵੇ, ਘਰੇ ਟੇਪ ਲਾ ਦਿਓ, ਅਤੇ 3 ਦਿਨਾਂ ਵਿੱਚ 48 ਘੰਟਿਆਂ 'ਚ ਭੋਗ ਪੈ ਜਾਣਾ। ਨਾ ਕੋਈ ਲੰਗਰ ਛਕਾਉਣ ਦੀ ਲੋੜ, ਨਾ ਗ੍ਰੰਥੀਆਂ ਨੂੰ ਰਾਤ ਨੂੰ ਉਠਾਓ, ਨਾ ਪਾਣੀ ਤੱਤਾ ਕਰਕੇ ਦੇਣਾ ਪਵੇ, ਆਹੋ ਆਪੇ ਹੀ ਸਭ ਕੁਝ। ਅਤੇ ਅਖੰਡ ਪਾਠ ਸਾਹਿਬ ਹੋ ਗਿਆ। ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ। ਅਤੇ ਪਰ ਜਿਹੜਾ ਫਲ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਘਰ ਚਰਨ ਪਾਇਆਂ ਦਾ, ਉਹ ਪ੍ਰਤਾਪ ਨਹੀਂ ਨਾ। ਬਾਣੀ ਤਾਂ ਇਸੇ ਤਰ੍ਹਾਂ ਹੈ ਹੀ, ਨਿਰਮੋਲ ਹੈ, ਪਰ ਬਾਣੀ ਨਿਕਲਦੀ ਜਿਹਦੇ 'ਚੋਂ ਹੈ, ਉਹ ਤਾਂ ਉਹ ਪਾਤਸ਼ਾਹ ਮਹਾਰਾਜ ਸਰੂਪ, ਗੁਰੂ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚਰਨ ਪਾਏ ਦਾ ਜਿਹੜਾ ਪ੍ਰਤਾਪ ਹੈ, ਉਹ ਨਹੀਂ ਪ੍ਰਾਪਤ ਹੋਏ। ਬਾਣੀ ਤੁਸੀਂ ਫੋਨ ਤੋਂ ਪੜ੍ਹ ਲਓ, ਜਿਹੜੀ ਗੁਟਕਾ ਸਾਹਿਬ ਤੋਂ ਪੜ੍ਹੋਗੇ, ਜਿਹੜਾ ਗੁਟਕਾ ਸਾਹਿਬ ਦਾ ਆਨੰਦ ਹੈ ਉਹ ਫੋਨ 'ਚੋਂ ਥੋੜ੍ਹਾ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਫਿਰ ਉਹ ਵਿਧੀ ਵਿਧਾਨ ਹੈ। ਜਦੋਂ ਅਖੰਡ ਪਾਠ ਸਾਹਿਬ ਹੁੰਦੇ ਅਤੇ ਨਾਰੀਅਲ 5 ਪੈਸੇ ਰੱਖ ਕੇ ਜੋਤ ਜਗਾਈ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਿੱਚ, ਦੇਸੀ ਘਿਓ ਦੀ ਅਖੰਡ ਜੋਤ ਲਗਾਤਾਰ ਜਿੰਨਾ ਸਮਾਂ ਅਖੰਡ ਪਾਠ ਸਾਹਿਬ ਚੱਲਦਾ, ਜੋਤ ਪ੍ਰਕਾਸ਼ ਰਹਿੰਦੀ ਹੈ। ਕੱਲ੍ਹ ਵਿੱਚ ਉਹ ਵੀ ਪ੍ਰਸੰਗ ਆਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦੇਸੀ ਘਿਓ ਦੀ ਮਸ਼ਾਲ ਜੋਤ ਜਗਵਾਈ ਉੱਥੇ, ਜਦੋਂ ਮਹਾਰਾਜ ਗੁਰਤਾ ਗੱਦੀ ਗਾਂਹ ਦੇਣ ਲੱਗੇ। ਤੋ ਸੱਚੇ ਪਾਤਸ਼ਾਹ ਦੇ ਘਰ ਦੇ ਵਿਧੀ ਵਿਧਾਨ ਹਨਗੇ, ਮਹਾਰਾਜ ਸਮੱਤ ਬਖਸ਼ਿਸ਼ ਕਰਨ। ਤੋ ਮਹਾਰਾਜ ਨੇ ਗੁਰਤਾ ਗੱਦੀ ਇੱਦਾਂ ਇਸ਼ਾਰੇ ਨਾਲ ਨਾਮ ਨਹੀਂ ਲਿਆ, ਬਾਬਾ ਬਸਹਿ ਬੀਚ ਬਕਾਲੇ ਇੰਨਾ ਕਹਿ ਦਿੱਤਾ। ਸੰਗਤਾਂ ਪ੍ਰਸੰਨ ਹੋਈਆਂ। ਮਹਾਰਾਜ ਨੇ ਆਖਿਆ ਹੁਣ ਸਾਡੇ ਸੱਚਖੰਡ
ਚਾਲੇ ਦਾ ਸਮਾਂ ਪਾਈ ਸਭ ਸੰਗਤਾਂ ਬਾਹਰ ਚਲ ਜਾਣ। ਨੇਤਰਾਂ ਚੋਂ ਪਾਣੀ ਡੇਗਦੀ ਗੁਰੂ ਕੀ ਸਾਧ ਸੰਗਤ ਮਹਾਰਾਜ ਦੇ ਆਸਣ ਤੋਂ ਬਾਹਰ ਹੋ ਤੁਰੀ ਹੈ। ਬੇਅੰਤ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦੇ ਕਰਦੇ ਰੋਂਦੇ, ਨੇਤਰਾਂ ਚੋਂ ਪਾਣੀ ਕੇਰਦੇ ਤੇ ਬਾਹਰ ਹੋ ਤੁਰੇ ਦਰਵਾਜ਼ੇ ਲਾਗੇ ਖੜ ਗਏ। ਆਪਣੇ ਆਸਣ ਤੇ ਬਾਲਾ ਪ੍ਰੀਤਮ ਇਕੱਲੇ ਹੀ ਰਹਿ ਗਏ ਤੰਬੂ ਦੇ ਵਿੱਚ। ਇਹਨਾਂ ਪ੍ਰਸੰਗ ਆਪਾਂ ਸਰਵਣ ਕੀਤਾ ਜੀ। ਅਗਲੀ ਜਿਹੜੀ ਕੋ ਕਥਾ ਹੈ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸੱਚਖੰਡ ਚਾਲਾ ਪਾਏ ਦੀ ਗਰੀਬ ਨਵਾਜ ਨੂੰ ਹਿਰਦੇ ਵਸਾਉਂਦੇ ਹੋਏ ਸਭ ਸੰਗਤ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਸ ਕ੍ਰਿਤ ਕੋ ਕਰਤੇ ਗੁਰੂ। ਏਦਾਂ ਸਤਿਗੁਰੂ ਇਹ ਕਿਰਿਆ ਗੁਰਤਾ ਗੱਦੀ ਦੇਣ ਦੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ। ਕਹਿਨ ਸੁਨਨ ਵਿਸਤਾਰ। ਇਹ ਬਹੁਤ ਵਿਸਥਾਰ ਨਾਲ ਸਿੱਖਾਂ ਨੂੰ ਸਮਝਾ ਦਿੱਤਾ। ਜਿਹੜੇ ਜਿਹੜੇ ਸ਼ੰਕੇ ਸੀ ਸਿੱਖਾਂ ਦੇ ਮਨ ਵਿੱਚ ਉਹ ਮਹਾਰਾਜ ਨੇ ਸਾਰੇ ਨਿਵਰਤ ਕਰ ਦਿੱਤੇ ਹਨ। ਬੀਤ ਗਈ ਅਧ ਜਾਮਨੀ। ਏਦਾਂ ਉਪਦੇਸ਼ ਕਰਦਿਆਂ ਕਰਦਿਆਂ ਅੱਧੀ ਰਾਤ ਖਾਲਸਾ ਜੀ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ, ਚੇਤਰ ਮਹੀਨੇ ਦੀ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ 14 ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਰਹੇ ਸ਼ਾਮ ਨੂੰ ਸਿੱਖ ਸੰਗਤਾਂ ਨੂੰ, ਤੇ ਅੱਧੀ ਰਾਤ ਸਮਾਂ ਬਤੀਤ ਹੋ ਗਿਆ ਹੈ। ਚਾਹਾਂ ਪ੍ਰਲੋਕ ਪਧਾਰ। ਹੁਣ ਅੱਧੀ ਰਾਤ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਪ੍ਰਲੋਕ ਪਧਾਰਿਆ ਚਾਹੁੰਦੇ, ਸੱਚਖੰਡ ਚਾਲਾ ਮਾਰਿਆ ਚਾਹੁੰਦੇ ਐ। ਚੌਪਈ ਅੰਤ ਸਮਾ ਲਖ ਜਨਨੀ ਆਈ। ਸਤਿਗੁਰਾਂ ਦਾ ਅੰਤਲਾ ਸਮਾਂ ਜਾਣ ਕੇ ਮਾਤਾ ਕ੍ਰਿਸ਼ਨ ਕੌਰ ਜੀ ਸਤਿਗੁਰੂ ਬਾਲਾ ਪ੍ਰੀਤਮ ਦੇ ਮਾਤਾ ਜੀ ਉਹ ਮਹਾਰਾਜ ਦੇ ਪਾਸ ਆਏ ਹਨ। ਦੇਖਤ ਪੁੱਤਰ ਗਾਤ ਮੁਰਝਾਈ। ਪੁੱਤਰ ਦੀ ਹਾਲਤ ਦੇਖ ਕੇ ਸਤਿਗੁਰਾਂ ਦੇ ਸੱਚਖੰਡ ਜਾਣ ਦੇ ਪੂਰੇ ਤਿਆਰੇ ਵੇਖ ਕੇ ਮੁਖ ਮੁਰਝਾ ਗਿਆ ਹੈ। ਅਛਰ ਬਿਲੋਚਨ ਤੇ ਬਹੁ ਡਰ ਹੈ। ਮਾਂ ਦੀ ਮਮਤਾ ਐਸੀ ਹੈ, ਨੇਤਰਾਂ ਚੋਂ ਜਲ ਰੁਕਿਆ ਨਾ ਪਾਵੇਂ। ਬੜੇ ਧੀਰਜ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਾਤਾ ਜੀ ਨੂੰ, ਪਰ ਥੋੜੀ ਉਮਰ ਹੈ, 7 ਕੁ ਸਾਲ ਦੇ ਲਗਭਗ, ਵੱਧ ਘੱਟ ਬਸ ਇੱਥੇ ਮਹਾਰਾਜ ਦੀ ਉਮਰ ਹੈ ਸੀ। ਤੋ ਇੰਨੀ ਛੋਟੀ ਉਮਰ ਵਿੱਚ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੁੱਤਰ ਨੂੰ ਸੱਚਖੰਡ ਜਾਣ ਦਾ ਐਨ ਤਿਆਰਾ ਕੀਤਾ ਵੇਖ ਮਾਤਾ ਜੀ ਦੇ ਨੇਤਰਾਂ ਚੋਂ ਬਹੁਤ ਭਾਰੀ ਜਲ ਵਹਿ ਰਿਹਾ ਹੈ। ਸੰਕਟ ਸ਼ੋਕ ਹਿਰਦੈ ਬਹੁ ਧਾਰ ਹੈ। ਮਨ ਵਿੱਚ ਬਹੁਤ ਖੋਭ ਪੈਂਦੀ ਹੈ, ਪੁੱਤਰ ਸੱਚਖੰਡ ਚੱਲੇ ਹੈ ਤੇ ਬਹੁਤ ਭਾਰੀ ਸ਼ੋਕ ਤੇ ਸੰਕਟ ਹਿਰਦੇ ਨੂੰ ਧਾਰਨ ਕੀਤਾ ਹੈ। ਸਰਬ ਪ੍ਰਕਾਰ ਗੁਰੂ ਸਮਰੱਥ। ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਰਬ ਕਲਾ ਹਨ, ਸਰਬ ਕਲਾ ਸਮਰੱਥ ਹਨ ਪਾਤਸ਼ਾਹ ਜੀ। ਲਗ ਦੀਰਘ ਟੇਕ ਹੈ ਪਦ ਮੱਥ। ਜਿਨ੍ਹਾਂ ਨੂੰ ਛੋਟੇ ਵੱਡੇ ਸਾਰੇ ਹੀ ਚਰਨਾਂ ਤੇ ਮੱਥਾ ਟੇਕਦੇ ਹਨ। ਅੰਤਰ ਜਾਮੀ ਸਭ ਮਨ ਕੇਰੇ। ਸਾਰਿਆਂ ਜੀਵਾਂ ਦੇ ਮਨ ਦੀ ਅੰਤਰਲੀ ਜਾਣਨ ਵਾਲੇ ਹਨ। ਵੱਡ ਤੇ ਲਗ ਲਗ ਕਰ ਹੈ ਵਡੇਰੇ। ਵੱਡਿਆਂ ਨੂੰ ਛੋਟੇ ਕਰ ਦੇਣ ਤੇ ਛੋਟਿਆਂ ਨੂੰ ਵੱਡੇ ਕਰਨ ਵਾਲੀ ਸਮਰੱਥਾ ਰੱਖਦੇ ਹਨ। ਤਿਆਗਨ ਧਰਬੋ ਕਰਨ ਸਰੀਰ। ਸਰੀਰ ਦਾ ਤਿਆਗ ਕਰਨਾ ਤੇ ਸਰੀਰ ਨੂੰ ਧਾਰਨ ਕਰ ਲੈਣਾ, ਭਾਵ ਜੰਮਣਾ ਕੀ ਤੇ ਕੀ ਮਰਨਾ ਜੋ ਹੁੰਦਾ ਹੈ। ਜਿਨ ਕੇ ਹੈ ਅਧੀਨ ਉਰ ਧੀਰ। ਜਿਨ੍ਹਾਂ ਦੇ ਅਧੀਨ ਹੈ, ਹਿਰਦੇ ਦੇ ਧੀਰਜ ਧਾਰੀ ਹੈ ਸਤਿਗੁਰੂ। ਜੰਮਣਾ ਮਰਨਾ, ਵੱਡੇ ਨੂੰ ਨਿੱਕਾ, ਨਿੱਕੇ ਨੂੰ ਵੱਡਾ ਕਰ ਦੇਣਾ, ਸਭ ਦੇ ਮਨ ਦੀਆਂ ਜਾਣਨੀਆਂ, ਭਾਵ ਸਰਬ ਤਰ੍ਹਾਂ ਦੀ ਕਲਾ ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਹੱਥ ਵਸ ਹੈ, ਉਹਨਾਂ ਦੇ ਅਧੀਨ ਹੈ ਜੀ। ਮਹਿਮਾ ਸੁਤ ਕੀ ਜਾਣਤ ਸਾਰੀ। ਇਹ ਗੱਲ ਜਾਣਦੇ ਆ ਮਾਤਾ ਕ੍ਰਿਸ਼ਨ ਕੌਰ ਜੀ, ਪੁੱਤਰ ਦੀ ਸਾਰੀ ਵਡਿਆਈ ਨੂੰ ਜਾਣਦੇ ਹਨ। ਗਿਆਤਾ ਦੇਸ਼ ਕਾਲ ਕੀ ਭਾਰੀ। ਜਾਣਦੇ ਆ ਵੀ ਸਾਡੇ ਪੁੱਤਰ ਦੇਸ਼ ਕਾਲ ਵਸਤੂ ਸਭ ਦੇ ਗਿਆਤਾ ਹਨ। ਸੱਚੇ ਪਾਤਸ਼ਾਹ ਜੀ ਬੜੇ ਭਾਰੀ ਹਨ। ਭੂਤ ਭਵਿਖਿਆ ਦਾ ਮਹਿੰਗਤ ਹੋਏ। ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ, ਪਿੱਛੇ ਕੀ ਹੋ ਚੁੱਕਾ ਹੈ, ਸਭ ਕੁਝ ਮੇਰੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਤਾ ਹੈ। ਸਗਰੀ ਜਾਣਤ ਹੈ ਮਨ ਸੋਏ। ਇਹ ਸਾਰੀ ਗੱਲ ਜਾਣਦੇ ਐ ਬਾਲਾ ਪ੍ਰੀਤਮ, ਸਾਡੇ ਸਾਹਿਬਜ਼ਾਦੇ ਸਭ ਕੁਝ ਜਾਣੀ ਜਾਣ ਹਨ। ਨਿਤ ਸਰਬੱਗ ਸਕਤ ਮਹਿ ਭਾਰੀ। ਜਿਨ੍ਹਾਂ ਦੇ ਵਿੱਚ ਸਰਬੱਗਤਾ ਹੈ, ਸਰਬ ਦੇ ਗਿਆਤਾ ਹਨਗੇ ਤੇ ਬੜੇ ਭਾਰੀ ਸਮਰੱਥ ਹਨ। ਜਿਨ ਕੀਰਤ ਜਗ ਬਹੁ ਵਿਸਤਾਰੀ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ, ਗੁਰੂ ਘਰ ਦੀ ਵਡਿਆਈ ਸੋਭਾ ਸਾਰੇ ਸੰਸਾਰ ਵਿੱਚ ਬਹੁਤ ਦੂਰ ਤੱਕ ਫੈਲਾਉਣਾ ਕੀਤੀ ਹੈ। ਨਿਕਟ ਬੈਠ ਮੁਖ ਕਮਲ ਬਿਲੋਕਾ। ਐਸੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਲਾਗੇ ਬੈਠ ਕੇ ਮਾਤਾ ਜੀ, ਮਾਤਾ ਕ੍ਰਿਸ਼ਨ ਕੌਰ
ਸਤਿਗੁਰਾਂ ਦਾ ਮੁਖ ਵੇਖ ਰਹੇ ਹਨ। ਸਦਾ ਪ੍ਰਫੁੱਲਿਅਤ ਕਬਹੁ ਨ ਸ਼ੋਕਾ। ਜਿਨ੍ਹਾਂ ਦਾ ਪਾਵਨ ਪਵਿੱਤਰ ਮੁਖ ਸਦਾ ਖਿੜਿਆ ਰਹਿੰਦਾ, ਕਦੇ ਸ਼ੋਕ ਸਹਿਤ ਨਹੀਂ ਹੁੰਦਾ ਹੈ। ਭਈ ਦੀਨ ਮੁਖ ਬੋਲੀ ਬਾਣੀ। ਬੜੇ ਦੁਖੀ ਹੋ ਕੇ ਮਾਤਾ ਕ੍ਰਿਸ਼ਨ ਕੌਰ ਜੀ ਬਾਲਾ ਪ੍ਰੀਤਮ ਸਤਿਗੁਰਾਂ ਨੂੰ ਬੇਨਤਾ ਕਰਨ ਲੱਗੇ ਐ। ਮਾਤਾ ਜੀ ਪੁੱਤਰ ਤੇ ਤਾਈ ਕਹਿਣ ਲੱਗੇ ਹਨ, ਸੁਣੋ ਪੁੱਤਰ ਤੁਮ ਗੁਣ ਗਨ ਖਾਨੀ। ਇਹ ਪੁੱਤਰ ਆਪ ਜੀ ਸਮੂਹ ਗੁਣਾਂ ਦੀ ਖਾਣ ਹੋ। ਸੰਸਾਰ ਦਾ ਕਿਹੜਾ ਗੁਣ ਹੈ ਪੁੱਤਰ ਜਿਹੜਾ ਤੁਹਾਡੇ ਵਿੱਚ ਨਹੀਂ ਹੈ ਜੀ। ਕਹੋ ਕਹਾਂ ਮੈਂ ਬਾਤ ਬਣਾਈ। ਤੇ ਮੈਂ ਕੀ ਹੁਣ ਕਵਾਂ ਤੇ ਕੀ ਨਾ ਕਵਾਂ ਆਪ ਜੀ ਦੇ ਤਾਈ। ਅੱਗੇ ਕਹੀ ਸੋ ਆਪ ਹਟਾਈ। ਅੱਗੇ ਮੈਂ ਕਿਹਾ ਸੀ ਤੁਹਾਨੂੰ, ਬੇਨਤੀ ਕਰ ਚੁੱਕੀ ਹਾਂ ਵੀ ਪੁੱਤਰ ਅਜੇ ਸਮਾਂ ਨਹੀਂ, ਨਾ ਜਾਓ ਸੱਚਖੰਡ ਚਾਲਾ ਨਾ ਪਾਓ। ਚਲੋ ਗੱਭਰੂ ਹੋਵੋ, ਤੁਹਾਡਾ ਆਨੰਦ ਕਾਰਜ ਵਿਵਾਹ ਹੋਵੇ, ਸਾਡੇ ਘਰ ਵੀ ਪੋਤਰੇ ਪੋਤਰੀਆਂ ਹੋਣ। ਤੇ ਮਹਾਰਾਜ ਫਿਰ ਸਮਾਂ ਵਿਚਾਰ ਕੇ, ਜਦੋਂ ਕਿਹੜੀ ਮਾਂ ਚਾਹੁੰਦੀ ਹੈ ਵੀ ਉਹਦੇ ਹੁੰਦਿਆਂ ਜਿਉਂਦੇ ਜੀ ਆਪਣੇ ਪੁੱਤਰ ਦੀ ਅਰਥੀ ਉੱਠਦੀ ਵੇਖੇ। ਸਤਿਗੁਰੂ ਜੀ ਕਿਸੇ ਮਾਂ ਦਾ ਐਡਾ ਦਿਲ ਨਹੀਂ ਗਰੀਬ ਨਵਾਜ। ਆਪ ਜੀ ਸਮਰੱਥ ਹੋ, ਤੁਹਾਨੂੰ ਕੋਈ ਸ਼ੋਕ ਗਮ ਨਹੀਂ ਹੈ। ਪਰ ਮਹਾਰਾਜ ਕੋਈ ਮਾਤਾ ਐਸੀ ਨਹੀਂ ਜਿਹੜੀ ਇਹ ਵੇਖ ਸਕੇ, ਐਡਾ ਜਿਗਰਾ ਨਹੀਂ ਦਿੱਤਾ ਪਰਮੇਸ਼ਰ ਨੇ ਕਿਸੇ ਮਾਤਾ ਨੂੰ ਜੋ ਆਪਣੇ ਪੁੱਤਰ ਦੀ ਐਸੀ ਹਾਲਤ ਆਪਦੇ ਹੁੰਦਿਆਂ ਪੁੱਤਰ ਦਾ ਸੰਸਕਾਰ ਹੁੰਦਾ ਵੇਖ ਸਕੇ। ਗੁਰਤਾ ਆਦਿਕ ਦੇ ਬੇਕਾਰ। ਮਹਾਰਾਜ ਗੁਰਤਾ ਗੱਦੀ ਦੇਣ ਦਾ ਜਿਹੜਾ ਸਮਾਂ ਹੈ, ਕਰੀ ਸਰਬ ਹੀ ਭਲੇ ਸੁਧਾਰ। ਚਲੋ ਆਪ ਜੀ ਉਹ ਸਾਰਾ ਕੁਝ ਕਰ ਦਿੱਤਾ। ਗੁਰਤਾ ਗੱਦੀ ਵੀ ਤੁਸੀਂ ਅੱਗੇ ਦੇ ਦਿੱਤੀ ਹੈ। ਇਸ ਗੱਲ ਤੋਂ ਹੁਣ ਇਹ ਤਾਂ ਨਿਰਣਾ ਸਿੱਧ ਹੈ ਮਹਾਰਾਜ ਵੀ ਤੁਸੀਂ ਸੱਚਖੰਡ ਚਾਲਾ ਪਾਉਣ ਦੇ ਪੂਰੇ ਤਿਆਰੇ 'ਚ ਹੋ। ਗੁਰਤਾ ਗੱਦੀ ਵੀ ਤੁਸਾਂ ਨੇ ਅੱਗੇ ਦੇ ਦਿੱਤੀ ਹੈ ਜੀ। ਸਾਰੇ ਜਿਹੜੇ ਸਤਿਗੁਰੂ ਅੰਤਲੇ ਸਮੇਂ ਨਿਭਾਉਂਦੇ ਹੈ ਰੀਤ ਮਰਿਆਦਾ, ਉਹ ਸਾਰੀ ਤੁਸਾਂ ਪੂਰੀ ਕਰ ਦਿੱਤੀ ਹੈ। ਮੈਂ ਨਿਸ਼ਪੁਤਰਾ ਹੋਇਆ ਕਿਮ ਜੀਵੋ। ਪਰ ਮੈਨੂੰ ਇਹ ਦੱਸ ਜਾਓ ਵੀ ਬਿਨਾਂ ਪੁੱਤਰ ਤੋਂ ਮੈਂ ਕਿਵੇਂ ਦਿਨ ਕੱਢਾਂ। ਸੱਚੇ ਪਾਤਸ਼ਾਹ ਜੀ, ਪੁੱਤਰ ਤੋਂ ਬਿਨਾ ਮਹਾਰਾਜ ਮੇਰਾ ਜਿਉਣਾ ਔਖਾ ਹੈ। ਨਿਸ਼ਪੁੱਤਰ ਹੋ ਕੇ ਪੁੱਤ ਤੋਂ ਬਿਨਾ ਮਹਾਰਾਜ ਮੈਂ ਕਿਵੇਂ ਦਿਨ ਗੁਜ਼ਾਰਾਂਗੀ। ਤੁਮਹਿ ਵਿਲੋਕੇ ਆਨੰਦ ਥੀਵੋ। ਕਿਉਂਕਿ ਜਿੰਨੀ ਉਮਰ ਕੱਢੀ ਜਦੋਂ ਦੇ ਤੁਸੀਂ ਪ੍ਰਗਟ ਹੋਏ, ਅਵਤਾਰ ਧਾਰਿਆ ਮਹਾਰਾਜ, ਤੁਹਾਨੂੰ ਵੇਖ ਵੇਖ ਕੇ ਦਿਨ ਕੱਢੇ। ਹੁਣ ਆਪ ਜੀ ਦਾ ਚੰਦ ਵਰਗਾ ਮੁਖ ਮੈਨੂੰ ਦਿਸੇਗਾ ਨਹੀਂ ਮਹਾਰਾਜ ਪਾਤਸ਼ਾਹ ਜੀ। ਫਿਰ ਕਿਵੇਂ ਮਹਾਰਾਜ ਆਪ ਜੀ ਕੇ ਮੁਖ ਨੂੰ ਵੇਖੇ ਤੋਂ ਬਿਨਾ ਇਹ ਮਾਂ ਕਿਵੇਂ ਗੁਜ਼ਾਰਾ ਕਰੇਗੀ, ਕਿਵੇਂ ਮਹਾਰਾਜ ਮੇਰਾ ਦਿਨ ਲੰਘਿਆ ਕਰੇਗਾ। ਪਤ ਪਾਛੇ ਕੁਛ ਸ਼ੋਕ ਨ ਕੀਨ। ਮਹਾਰਾਜ ਵੇਖੋ, ਪਤੀ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚਖੰਡ ਚਾਲਾ ਪਾ ਗਏ ਹੈ। ਤੇ ਮਹਾਰਾਜ ਦੇ ਪਿੱਛੋਂ ਭਾਵੇਂ ਮੈਂ ਕੋਈ ਸੋਗ ਨਹੀਂ ਕੀਤਾ, ਬਹੁਤਾ ਕੋਈ ਦੁੱਖ ਨਹੀਂ ਕੀਤਾ ਹੈ। ਹਰਖੀ ਪਿਖ ਗੁਰਤਾ ਤੁਮ ਲੀਨ। ਕਿਉਂਕਿ ਮੈਨੂੰ ਇਹ ਖੁਸ਼ੀ ਹੋਈ ਵੀ ਚਲੋ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨਹੀਂ ਹਨ, ਸੱਚਖੰਡ ਚਾਲਾ ਪਾ ਗਏ ਹੈ। ਉਹਨਾਂ ਦਾ ਸਰੂਪ ਮੈਂ ਤੁਹਾਡੇ ਚੋਂ ਤੱਕਦੀ ਰਹੀ, ਘਰ ਪੁੱਤ ਸੀ। ਚਲੋ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਸੱਚਖੰਡ ਚਾਲਾ ਮਾਰ ਗਏ, ਗੁਰਤਾ ਤੁਹਾਨੂੰ ਦੇ ਗਏ। ਤੇ ਤੁਹਾਡੇ ਵਿੱਚੋਂ ਹੀ ਮੈਂ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰਦੀ ਰਹੀ। ਤੇ ਤੁਹਾਨੂੰ ਵੇਖ ਵੇਖ ਮਹਾਰਾਜ ਮੈਂ ਪਤੀ ਤੇ ਪੁੱਤਰ ਦਾ ਸੁਖ ਪ੍ਰਾਪਤ ਕਰ ਲੈਂਦੀ ਸੀ। ਆਪ ਕਰੋ ਪਰਲੋਕ ਭਿਆਨਾ। ਤੇ ਜੇ ਤੁਸੀਂ ਮਹਾਰਾਜ ਹੁਣ ਸੱਚਖੰਡ ਨੂੰ ਚਾਲਾ ਪੁੱਤਰ ਪਾ ਜਾਓਗੇ ਤਾਂ ਮੈਂ ਝੂਰਤ ਕਰ ਸ਼ੋਕ ਮਹਾਨਾ। ਮਹਾਰਾਜ ਬਾਲਾ ਪ੍ਰੀਤਮ ਪੁੱਤਰ ਸੀਸ ਤੇ ਹੁਣ ਪਤੀ ਹੈ ਨਹੀਂ, ਗੁਰੂ ਹਰ ਰਾਏ ਸਾਹਿਬ ਵੀ ਨਹੀਂ ਹਨ, ਤੇ ਕੱਲੇ ਕੱਲੇ ਤੁਸੀਂ ਪੁੱਤਰ ਹੋ। ਜੇ ਆਪ ਜੀ ਵੀ ਸੱਚਖੰਡ ਚਾਲਾ ਪਾ ਗਏ ਤੇ ਕੀ ਰਹਿ ਜਾਏਗਾ ਮਹਾਰਾਜ ਮੇਰੇ ਘਰ ਵਿੱਚ, ਤੇ ਕਿਵੇਂ ਮੇਰਾ ਮਹਾਰਾਜ ਗੁਜ਼ਾਰਾ ਹੋਇਆ ਕਰੇਗਾ ਜੀ। ਵੱਡੇ ਭਾਗ ਸਤਿਗੁਰ ਘਰ ਆਈ। ਵੱਡੇ ਭਾਗ ਹਨ ਆਪਣੇ, ਸਤਿਗੁਰੂ ਮਹਾਰਾਜ ਦੀ ਗੁਰਤਾ ਗੱਦੀ ਆਪਣੇ ਘਰ ਵਿੱਚ ਆਈ ਹੈ। ਤੁਮ ਜਨਮੇ ਅਤ ਭਈ ਬਧਾਈ। ਜਦੋਂ ਪੁੱਤਰ ਤੁਸੀਂ ਪੈਦਾ ਹੋਏ ਜੰਮੇ, ਘਰ ਵਿੱਚ ਨਾਨਾ ਤਰ੍ਹਾਂ ਦੀਆਂ ਵਧਾਈਆਂ, ਖੁਸ਼ੀਆਂ, ਖੇੜੇ, ਆਨੰਦ। ਸਿੱਖਾਂ ਦੇ ਵਿੱਚ ਬੜੇ ਆਨੰਦ ਸਨ। ਤੁਹਾਡੇ ਪਿਤਾ ਸਤਿਗੁਰੂ ਹਰ ਰਾਏ ਸਾਹਿਬ ਜੀ ਬੜੇ ਪ੍ਰਸੰਨ। ਸਾਰੇ ਪਾਸੇ ਸਿੱਖਾਂ ਵਿੱਚ ਜੈ ਜੈਕਾਰ ਹੋਈ। ਸਾਰੇ ਪਾਸੋਂ ਸ਼ਰੀਕਾ ਕਬੀਲਾ ਜਿੰਨੇ ਸਾਖ ਸੰਬੰਧੀ ਪੁੱਤਰ ਤੁਹਾਡੇ ਪਰਥਾਏ ਬੜੀਆਂ ਵਧਾਈਆਂ ਦਿੰਦੇ ਰਹੇ ਜੀ। ਅਬ ਡੂਬੋਂ ਦੁਖ ਸਿੰਧ ਮਝਾਰੇ। ਤੇ ਹੁਣ ਉਹ ਸਾਰਾ ਕੁਝ ਜਿਹੜਾ ਹੈ ਉਹ ਸਭ ਕੁਝ, ਅਜੇ ਉਮਰ ਤੁਹਾਡੀ ਕੋ ਬਹੁਤੀ ਨਹੀਂ ਹੈ। ਤੇ ਜੇ ਤੁਸੀਂ ਚਲੇ ਜਾਓਗੇ ਮਹਾਰਾਜ, ਅਜੇ ਤਾਂ ਜੰਮਿਆਂ ਨੂੰ ਤੁਹਾਨੂੰ ਬਹੁਤਾ ਸਮਾਂ ਨਹੀਂ ਹੋਇਆ ਪ੍ਰਗਟ ਹੋਇਆਂ ਨੂੰ। ਸਾਨੂੰ ਤਾਂ ਤੁਹਾਡੇ ਜਨਮ ਦੀਆਂ ਵਧਾਈਆਂ ਜਿਹੜੀਆਂ ਮਿਲੀਆਂ ਉਹ ਨਹੀਂ ਅਜੇ ਮਹਾਰਾਜ ਰੱਜ ਕੇ ਮਾਣੀਆਂ। ਪਰ ਜੇ ਹੁਣ ਆਪ ਜੀ ਚਲ ਜਾਓਗੇ ਤੇ ਮਾਂ ਕੇਸ ਦੁੱਖਾਂ ਦੇ ਸਮੁੰਦਰ ਵਿੱਚ ਡੁੱਬ ਮਰੇ ਜੀ। ਉਹ ਕੇਵਟ ਹੋਏ ਪਾਰ ਉਤਾਰੇ। ਮਹਾਰਾਜ
ਪੁੱਤਰ ਕਿਹੜਾ ਇਹੋ ਜਿਹਾ ਹੈ ਕੋਈ ਤਾਰੂ, ਕਿਹੜਾ ਇਹੋ ਜਿਹਾ ਮਲਾਹ ਹੈ ਜਿਹੜਾ ਮਾਂ ਨੂੰ ਡੁੱਬਦੇ ਹੋਈ ਨੂੰ, ਭਾਵ ਦੁੱਖਾਂ ਦੇ ਸਮੁੰਦਰ 'ਚ ਡੁੱਬਦੀ ਤੁਹਾਡੀ ਮਾਤਾ ਨੂੰ ਕਿਹੜਾ ਮਲਾਹ ਹੈ ਜਿਹੜਾ ਇਸ ਮੰਝ ਧਾਰ ਚੋਂ ਕੱਢ ਲਵੇਗਾ। ਤੁਮ ਬਿਨ ਦੇਖੇ ਜਿਉ ਨਾ ਕੈਸੇ। ਤੁਹਾਨੂੰ ਦੇਖੇ ਬਿਨਾ ਮੈਨੂੰ ਜਿਉਣਾ ਬੜਾ ਔਖਾ ਹੈ ਪੁੱਤਰ। ਵੇਖ ਵੇਖ ਕੇ ਏਡਾ ਜਿੱਡੇ ਵੱਧਦੇ ਰਹੇ ਇੱਕ ਦਿਨ ਕੱਢਿਆ, ਪਰ ਹੁਣ ਤੁਹਾਡੇ ਤੋਂ ਬਾਅਦ ਜਿਉਣਾ ਬਹੁਤ ਭਾਰੀ ਦੁਸ਼ਤਰ ਹੋ ਜਾਏਗਾ, ਬੜਾ ਔਖਾ ਸਮਾਂ ਲੰਘੇਗਾ ਜੀ। ਜਲ ਤੇ ਵਿਛੜੀ ਮਛਰੀ ਜੈਸੇ। ਜਿਵੇਂ ਜਾਲ ਤੋਂ ਵਿਛੜੀ ਮੱਛੀ ਤੜਫਦੀ ਹੈ, ਏਦਾਂ ਮਹਾਰਾਜ ਸਾਡੀ ਹਾਲਤ ਹੋ ਜਾਣੀ ਹੈ। ਤੇ ਆਦਿਕ ਮਾਤਾ ਬਚ ਕਹੇ। ਇਸ ਤਰ੍ਹਾਂ ਦੇ ਬੜੇ ਤਰਲੇ ਮਾਤਾ ਕ੍ਰਿਸ਼ਨ ਕੌਰ ਜੀ ਮਾਰਦੇ ਆ ਵੀ ਖਰੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਫੈਸਲਾ ਬਦਲ ਦੇਣ, ਕਿਉਂਕਿ ਇਹਨਾਂ ਦੇ ਹੱਥ ਹੈ ਸਾਰਾ ਕੁਝ। ਜੀ ਕਰੇ ਸੱਚਖੰਡ ਜਾਣ, ਜੀ ਕਰੇ ਨਾ ਜਾਣ। ਤੋ ਵਾਰ-ਵਾਰ ਮਾਤਾ ਜੀ ਸਤਿਗੁਰਾਂ ਨੂੰ ਇਹ ਫੈਸਲਾ ਬਦਲਣ ਦੇ, ਲੰਮੀ ਉਮਰਾਂ ਭੋਗਣ ਦੇ ਤਰਲੇ ਪਏ ਮਾਰਦੇ ਹਨ। ਜਿਸ ਕੇ ਸੁਨਤ ਦਾਸ ਦੁਖ ਲਹੇ। ਉਹ ਹੁਣ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਦੁੱਖ ਸੁੱਖ ਤੋਂ ਨਿਰਲੇਪ ਹੈ। ਮਹਾਰਾਜ ਨੂੰ ਕੀ ਸ਼ੋਕ ਗਮ ਹੈ, ਕਿਉਂਕਿ ਪ੍ਰਿਥਵੀ ਦੇ ਮਾਲਕ ਹਨਗੇ। ਤੋ ਉਹ ਪਰ ਜਿਹੜੇ ਲਾਗੇ ਸਿੱਖ ਖੜੇ ਸੀ, ਉਹ ਸੁਣ ਕੇ ਮਾਤਾ ਦੀਆਂ ਗੱਲਾਂ ਤੇ ਪੁੱਬਾਂ ਮਾਰ ਰੋਂਦੇ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼ਾਂਤ ਬੈਠੇ ਤੇ ਮਾਤਾ ਤਰਲੇ ਮਾਰਦੇ ਵੀ ਮਹਾਰਾਜ ਨਾ ਜਾਓ ਆਪ ਜੀ ਛੱਡ ਕੇ। ਜਿੰਨੇ ਸਿੱਖ ਖੜੇ ਮਹਾਰਾਜ ਦੇ ਲਾਗੇ ਸੇਵਾਦਾਰ, ਉਹ ਮਾਤਾ ਦੀ ਮਮਤਾ ਡੁੱਲਦੀ ਵੇਖ ਕੇ, ਮਾਤਾ ਜੀ ਨੂੰ ਤਰਲੇ ਲੈਂਦਿਆਂ ਵੇਖ ਕੇ ਬੜਾ ਰੋਏ ਹਨ। ਸ੍ਰੀ ਹਰਿਕ੍ਰਿਸ਼ਨ ਬਿਲੋਕ ਦੁਖਾਰੀ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਜਦੋਂ ਮਾਤਾ ਜੀ ਸਾਡੇ ਬਹੁਤ ਦੁਖੀ ਹੋ ਰਹੇ ਐ, ਬਹੁ ਪ੍ਰਕਾਰ ਕਰ ਧੀਰ ਉਚਾਰੀ। ਧੀਰਜ ਦੇਣ ਵਾਸਤੇ ਬਾਲਾ ਪ੍ਰੀਤਮ ਨੇ ਬੜੇ ਬਚਨ ਉਚਾਰੇ ਆਖੇ ਐ। ਤਨ ਜਾਣੋ ਸਭ ਬਿਨਸਨ ਹਾਰੇ। ਆਖਿਆ ਮਾਤਾ ਜਿੰਨੇ ਸਰੀਰ ਸੰਸਾਰ ਤੇ ਹੈ, ਕਿਹੜਾ ਹੈ ਜਿਹੜਾ ਸਦਾ ਰਹਿਣਾ? ਸਾਰੇ ਦੇ ਸਾਰੇ ਸਰੀਰ ਜਿਹੜੇ ਉਹ ਨਾਸ਼ਵੰਤ ਹਨ, ਸਭ ਨੇ ਇੱਥੋਂ ਚਲੇ ਜਾਣਾ ਹੈ। ਇਸ ਤੇ ਕਿਉਂ ਅਤਿਸ਼ੈ ਦੁਖ ਧਾਰੇ। ਇਹ ਸਾਡਾ ਸਰੀਰ ਹੈ, ਇਹ ਤਾਂ ਪਹਿਲਾਂ ਮਿੱਟੀ ਹੈ, 5 ਤੱਤਾਂ ਦਾ ਬਣਿਆ ਹੈ, ਤੇ ਇਹੋ ਜਿਹੀ ਮਿੱਟੀ ਪਿੱਛੇ ਕੀ ਰੋਣਾ? ਕਿਉਂ ਤੁਸਾਂ ਨੇ ਭਾਰੀ ਦੁੱਖ ਧਾਰਿਆ ਹੈ। ਰਹੀ ਕਿਤਕ ਬਾਕੀ ਬਹਿ ਤੇਰੀ। ਬਾਕੀ ਚਿੰਤਾ ਨਾ ਕਰੋ ਮਾਤਾ, ਤੁਹਾਡੀ ਵੀ ਉਮਰ ਕੋ ਬਹੁਤ ਹੀ ਲੰਬੀ ਨਹੀਂ ਹੈ, ਤੁਹਾਨੂੰ ਵਿਜੋਗ ਦਾ ਦੁੱਖ ਨਹੀਂ ਝੱਲਣਾ ਪਵੇਗਾ। ਸਾਡੇ ਤੋਂ ਥੋੜਾ ਸਮਾਂ ਬਾਅਦ ਹੀ ਤੁਹਾਡੀ ਮ੍ਰਿਤਿੂ ਹੋਣੀ ਹੈ, ਤੁਹਾਨੂੰ ਬਹੁਤਾ ਲੰਮਾ ਸਮਾਂ ਸਾਡਾ ਦੁੱਖ ਨਹੀਂ ਵੇਖਣਾ ਪਵੇਗਾ ਵਿਛੋੜੇ ਦਾ। ਤਨ ਤਜ ਪਹੁੰਚੈ ਸੁਖ ਬਹੁ ਹੀਰੀ। ਤੇ ਤੁਸੀਂ ਬਹੁਤ ਸੁਖ ਸਰੂਪ ਪਰਮੇਸ਼ਰ ਦੇ ਦਰਸ਼ਨ ਕਰੋਗੇ। ਥੋੜੇ ਸਮੇਂ ਬਾਅਦ ਹੀ ਤੁਹਾਡਾ ਸਰੀਰ ਨਹੀਂ ਰਹਿਣਾ, ਭਾਵ ਤੁਸੀਂ ਵੀ ਸਾਡੇ ਪਿੱਛੇ ਸੱਚਖੰਡ ਚਾਲਾ ਮਾਰੋਗੇ। ਜਨਮ ਮਰਨ ਦੁਖ ਲੇਸ ਨਾ ਜਹਾਂ। ਤੇ ਤੁਹਾਡੀ ਸਥਿਤੀ ਉੱਥੇ ਹੋ ਜਾਣੀ ਜਿੱਥੇ ਦੁੱਖ ਸੁੱਖ ਜਨਮ ਮਰਨ ਇਹ ਲੇਸ਼ ਮਾਤਰ ਵੀ ਨਹੀਂ ਹੈ। ਮਮ ਪਿਤ ਨਿਕਟ ਪਹੁੰਚੈ ਤਹਾਂ। ਜਿੱਥੇ ਸਾਡੇ ਪਿਤਾ ਸਤਿਗੁਰੂ ਹਰਿ ਰਾਇ ਸਾਹਿਬ ਜੀ ਹੈ, ਸੱਚਖੰਡ ਵਸੈ ਨਿਰੰਕਾਰ, ਉਸ ਅਕਾਲ ਪੁਰਖ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਤੁਸਾਂ ਨੇ ਪਹੁੰਚ ਜਾਣਾ ਹੈ। ਇਮ ਕਹਿ ਮਾਇਆ ਮੋਹ ਮਿਟਾਇਓ। ਮਹਾਰਾਜ ਸਤਿਗੁਰੂ ਤਾਂ ਬ੍ਰਹਮ ਗਿਆਨ ਦੇ ਵੀ ਦਾਤੇ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਬਸ ਇੰਨਾ ਬਚਨ ਹੀ ਕਿਹਾ ਮਹਾਰਾਜ ਨੇ, ਤੇ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਬ੍ਰਹਮ ਗਿਆਨ ਕਰਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਜਨਨੀ ਮਨ ਮਹਿ ਗਿਆਨ ਉਪਾਇਓ। ਉਹ ਮਿਟ ਗਿਆ ਬਿਲਕੁਲ। ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਕੋ ਬਸੁਦਾ ਖੋਦਾ ਕੋ ਚੰਦਨ ਲੇਪ, ਜਿਵੇਂ ਧਰਤੀ ਨੂੰ ਕੋ ਪੱਟੀ ਜਾਵੇ ਤੇ ਚਾਹੇ ਧਰਤੀ ਨੂੰ ਕੋਈ ਇਸ ਤਰ੍ਹਾਂ ਚੰਦਨ ਚਾੜੀ ਜਾਵੇ, ਉਹ ਧਰਤੀ ਨੂੰ ਫਰਕ ਨਹੀਂ ਪੈਂਦਾ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੰਨੇ ਬਚਨ ਕਹਿ, 3 ਕੁ ਬਚਨੀ ਕਹਿ ਵੀ ਤੁਹਾਡਾ ਵੀ ਸਮਾਂ ਲੱਗ ਗਿਆ ਮਾਤਾ, ਦੁੱਖ ਬਹੁਤਾ ਨਹੀਂ ਵੇਖੋਗੇ ਤੇ ਛੇਤੀ ਗੁਰੂ ਹਰਿ ਰਾਇ ਸਾਹਿਬ ਦੇ ਚਰਨਾਂ 'ਚ ਪਹੁੰਚ ਜਾਣਾ। ਮਿਹਰ ਭਰੀ ਦ੍ਰਿਸ਼ਟੀ ਕੀਤੀ ਤੇ ਮਾਤਾ ਜੀ ਨੂੰ ਮਹਾਰਾਜ ਨੇ ਮੋਹ ਨਾਸ਼ ਕਰਕੇ ਮਾਤਾ ਜੀ ਦਾ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਭਈ ਮਗਨ ਕੁਛ ਆਏ ਨਾ ਬਾਨੀ। ਤੇ ਬੋਲਣੋਂ ਚੁੱਪ ਕਰ ਗਏ ਮਾਤਾ ਜੀ ਐਨ ਮਗਨ। ਕਹੋ ਕਬੀਰ ਗੂੰਗੇ ਗੁੜ ਖਾਇਆ, पूछे ते क्या कही है, ऐसी हालत हो गई है। लख सुत महिमा महा महानी। अपने पुत्र दी महिमा महान तो महान जानना कीती है। फिर पता लग्या भी क्यों नहीं इन्हां नूं दुख सुख है। ਇਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹਨਗੇ। ਜਦੋਂ ਮਾਤਾ ਜੀ ਨੂੰ ਬ੍ਰਹਮ ਗਿਆਨ ਪ੍ਰਾਪਤ ਕਰਾਇਆ ਸਤਿਗੁਰਾਂ, ਫਿਰ ਜਾਣਕਾਰੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਅਰਧ ਰਾਤ ਉਪਰ ਇੱਕ ਘੜੀ। ਤੇ ਏਦਾਂ ਸਾਧ ਸੰਗਤ ਦੀ ਰਾਤ ਬਤੀਤ ਹੋ ਚੁੱਕੀ ਸੀ। 14 ਥਿਤ ਸੀਗੀ ਸੁਦੀ, ਪੁੰਨਿਆਂ 'ਚ ਰਹਿੰਦਾ ਸੀ ਇੱਕ ਦਿਨ ਚੇਤਰ ਦੀ 'ਚ। ਤੇ ਜਦੋਂ ਅੱਧੀ ਰਾਤ ਲੰਘ ਗਈ, ਅੱਧੀ ਰਾਤ ਤੋਂ ਬਾਅਦ ਅਰਧ ਰਾਤ ਉੱਪਰ ਇੱਕ ਘੜੀ ਲੰਘ ਗਈ। ਅੱਧੀ ਰਾਤ ਭਾਵ 12 ਵੱਜ ਜਾਂਦੇ ਜਿਵੇਂ,
ਉਸ ਤੋਂ ਇੱਕ ਘੜੀ 24 ਕੁ ਮਿੰਟ ਉੱਪਰ ਲੰਘ ਚੁੱਕੇ ਸਨ। ਚੜ੍ਹਨ ਹੇਤੁ ਗੁਰ ਤਿਆਰੀ ਕਰੀ। ਸਤਿਗੁਰਾਂ ਨੇ ਚੱਲਣ ਵਾਸਤੇ ਚਾਲੇ ਦਾ ਤਿਆਰਾ ਕਰ ਲਿਆ ਹੈ। ਕਿਤੇ ਕ ਦਾਸ ਟਿਗ ਬਾਤ ਨਿਹਾਰਹਾ। ਕੁਝ ਕੁ ਦਾਸ ਨੇ ਤੇ ਕੁਝ ਮਾਤਾ ਜੀ ਲਾਗੇ ਖੜੇ ਹੋਏ ਐ। ਤੂਛਨ ਹੋਏ ਸਥਿਰਤਾ ਧਾਰਹਾ। ਮਹਾਰਾਜ ਚੁੱਪ ਕਰ ਗਏ ਤੇ ਸਥਿਰ ਹੋ ਗਏ ਹਨ। ਬੋਲਤ ਕੋਮਲ ਬਾਕ ਸੁਹਾਏ। ਜਿਹੜੇ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਕੋਮਲ ਮੁਖ ਤੋਂ ਬਾਕ ਬੋਲਦੇ ਤੇ ਬੜੇ ਸੁਭਾਏਮਾਨ ਹੁੰਦੇ। ਸ੍ਰੀ ਮੁਖ ਪਰ ਕਰ ਸੋ ਪਟ ਪਾਏ। ਮਹਾਰਾਜ ਨੇ ਉਸ ਪਾਵਨ ਪਵਿੱਤਰ ਮੁਖ ਦੇ ਉੱਪਰ ਕੱਪੜਾ ਪਾ ਲਿਆ। ਮਹਾਰਾਜ ਉਹ ਜਿਹੜਾ ਆਸਣ ਲਾਇਆ ਸੀ ਨਾ ਭੋਏ ਤੇ, ਬਾਲਾ ਪ੍ਰੀਤਮ ਉਹਦੇ ਤੇ ਲੇਟ ਗਏ ਤੇ ਆਪਣੇ ਮੁਖ ਦੇ ਉੱਪਰ ਸਤਿਗੁਰਾਂ ਨੇ ਕੱਪੜਾ ਪਾ ਲਿਆ। ਸਾਰਾ ਸਰੀਰ ਕੱਪੜੇ ਬਸਤਰ ਨਾਲ ਢੱਕ ਲਿਆ ਹੈ। ਲਿਓ ਅਛਾਦ ਛਿਨਕ ਮਹਿ ਪਿਆਨੇ। ਬਸ ਸਰੀਰ ਢੱਕ ਲਿਆ ਤੇ ਇੱਕ ਛਿਣ ਦੇ ਵਿੱਚ ਹੀ ਸੱਚਖੰਡ ਚਾਲਾ ਪਾ ਦਿੱਤਾ, ਸਰੀਰ ਤਿਆਗ ਦਿੱਤਾ ਹੈ। ਸ੍ਰੀ ਹਰਿ ਕ੍ਰਿਸ਼ਨ ਸੁ ਕ੍ਰਿਸ਼ਨ ਸਮਾਨੇ। ਕਵੀ ਰਾਜ ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕ੍ਰਿਸ਼ਨ ਦੇ ਸਮਾਨ, ਭਾਵ ਕ੍ਰਿਸ਼ਨ ਪਰਮੇਸ਼ਰ ਦਾ ਨਾਮ ਕ੍ਰਿਸ਼ਨ ਅੱਗ ਨੂੰ ਕਹਿੰਦੇ ਆ ਤੇ ਅੱਗ ਤੋਂ ਭਾਵ ਪ੍ਰਕਾਸ਼, ਪ੍ਰਕਾਸ਼ ਸਰੂਪ ਉਹ ਅਕਾਲ ਪੁਰਖ। ਇਹ ਕ੍ਰਿਸ਼ਨ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ। ਤੋ ਗਰੀਬ ਨਵਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਕ੍ਰਿਸ਼ਨ ਕਹੀਏ ਪਰਮੇਸ਼ਰ ਦੇ ਸਦਰਸ ਹੈ, ਪਰਮੇਸ਼ਰ ਰੂਪ ਹਨ। ਬ੍ਰਹਮਾਦਿਕ ਨਾਰਦ ਮਨ ਸਾਥ। ਜਦੋਂ ਬਾਲਾ ਪ੍ਰੀਤਮ ਨੇ ਸਰੀਰ ਤਿਆਗਿਆ, ਸੱਚਖੰਡ ਚਾਲਾ ਪਾ ਰਹੇ ਹੈ। ਬ੍ਰਹਮੇ ਤਵਾਦਕ ਨਾਰਦ ਮੁਨ ਵਰਗੇ ਬੜੇ ਬੜੇ ਦੇਵਤੇ ਜੋ ਸਕਲ ਦੇਵ ਜਤ ਦੇਵਨ ਨਾਥ। ਤੇ ਸਾਰੇ ਦੇਵ 33 ਕਰੋੜ ਦੇਵਤੇ, 9 ਕਰੋੜ ਦੇਵੀ, ਇਸੇ ਤਰ੍ਹਾਂ ਨਾਲ ਇੰਦਰ ਵਰਗੇ ਜਿਹੜੇ ਮਹਾਨ ਦੇਵਤੇ ਮੰਨੇ ਹਨ। ਗੁਰ ਆਗਵਨ ਜਾਨ ਸਭ ਆਏ। ਜਦੋਂ ਗਿਆਨ ਹੋਇਆ ਦੇਵਤਿਆਂ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਾਲਾ ਪਾ ਰਹੇ ਆ ਰਹੇ ਹਨ। ਬਾਦਤ ਦੁੰਦਿਬ ਆਦ ਬਜਾਏ। ਤਾਂ ਕਵੀ ਰਾਜ ਕਹਿੰਦੇ ਵੀ ਅਸਮਾਨ ਦੇ ਵਿੱਚ ਦੇਵੀ ਦੇਵਤੇ ਬਹੁਤ ਭਾਰੀ ਨਗਾਰੇ, ਧੌਂਸੇ, ਸ਼ੰਖ ਵਜਾਉਂਦੇ ਬੜਾ ਆਨੰਦ ਪ੍ਰਾਪਤ ਕਰਦੇ ਹੋਏ। ਪੁਸ਼ਪਨ ਮਹਲ ਵਿਸਾਲ ਆਨੰਦਤ। ਵੱਡੀਆਂ ਵੱਡੀਆਂ ਫੁੱਲਾਂ ਦੀਆਂ, ਸਵਰਗ ਦੇ ਕਲਪਤਰ ਬ੍ਰਿਛ ਦੀਆਂ ਫੁੱਲਾਂ ਦੀਆਂ ਮਾਲਾ ਤੇ ਬੜੇ ਭਾਰੀ ਆਨੰਦ ਦੇ ਸਹਿਤ ਧੂਪ ਤੁਖਾਵਤ ਗੁਰ ਕੋ ਬੰਦਤ। ਧੂਪਾਂ ਤੁਖਾ ਰਹੇ ਆ ਬਾਲਾ ਪ੍ਰੀਤਮ ਨੂੰ ਆਇਆ ਜਾਣ ਕੇ, ਸੱਚਖੰਡ ਚਾਲੇ ਦਾ ਮਹਾਰਾਜ ਦਾ ਤਿਆਰਾ ਜਾਣ ਕੇ ਜਾਂ ਜਾ ਰਹੇ ਜਾਣ ਕੇ ਧੂਪਾਂ ਤਖਾਉਂਦੇ, ਸ਼ੰਖ ਵਜਾਉਂਦੇ, ਬੜੀ ਭਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੰਦਨਾ ਹੋ ਰਹੀ ਹੈ। ਅਨੇਕ ਪ੍ਰਕਾਰਨ ਕੇ ਉਤਸਾਹੂ। ਅਨੇਕਾਂ ਪ੍ਰਕਾਰ ਦੇ ਤਰ੍ਹਾਂ ਦੇ ਉਤਸ਼ਾਹ ਜਿਹੜੇ ਆ ਉਹ ਦੇਵੀ ਦੇਵਤੇ ਕਰ ਰਹੇ ਹਨ। ਰਚਹ ਦੇਵ ਮਿਲ ਆਪ ਸਮਾਹੂ। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਦੇਵਤੇ ਦੇਵੀਆਂ ਮਿਲ ਮਿਲ ਕੇ ਆਪਸ ਦੇ ਵਿੱਚ ਮੰਗਲਾਚਾਰ ਕਰ ਰਹੇ ਹਨ। ਜੈ ਜੈ ਸਭ ਲੋਕ। ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਦੇ ਸਮੇਂ ਦਾ ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਕਿ ਹੈ ਸਭ ਲੋਕ ਜੈ ਜੈ ਜੈ, ਸਭ ਹੈ ਸਭ ਜਗ ਪਇਓ ਜੈ ਜੈ ਜੈ। ਸੁਰ ਲੋਕ ਦੇਵ ਲੋਕ ਵਿੱਚ ਜੈ ਜੈਕਾਰ ਪਾਤਸ਼ਾਹ ਦੀ ਹੋ ਰਹੀ ਹੈ। ਚੜ੍ਹ ਬਿਬਾਨ ਪਰ ਗੁਰੂ ਪਿਆਨੇ। ਇਸ ਤਰ੍ਹਾਂ ਕਹਿੰਦੇ ਸੱਚਖੰਡ ਦੇ ਜਿਹੜਾ ਪਹੁੰਚਣ ਦੀ ਸ਼ਮਤਾ ਰੱਖਦਾ ਹੈ, ਐਸੇ ਬਿਬਾਨ ਉੱਪਰ ਚੜ੍ਹ ਕੇ ਬਾਲਾ ਪ੍ਰੀਤਮ ਜੀ ਚਾਲਾ ਪਾਇਆ ਹੈ। ਮਨੀਅਨ ਮੁਕਤਾ ਗਨ ਲਰਕਾਨੇ। ਜਿਸ ਬਿਬਾਨ ਨੂੰ ਮਣੀਆਂ ਦੇ ਮੋਤੀਆਂ ਦੇ ਬਹੁਤ ਭਾਰੀ ਝਾਲਰਾਂ ਲਟਕਦੀਆਂ ਹਨ। ਦੇਵ ਬਧੂ ਨਾਚਤ ਅਗਵਾਈ। ਇਸ ਤਰ੍ਹਾਂ ਨਿਰਤਕਾਰੀ ਦੇਵ ਬਧੂਟੀਆਂ ਅੱਗੇ ਅੱਗੇ ਕਰਦੀਆਂ ਜਾ ਰਹੀਆਂ ਹਨ। ਚਲੇ ਜਾਤ ਹੋਇਆ ਅਨੇਕ ਬਧਾਈ। ਅਨੇਕਾਂ ਤਰ੍ਹਾਂ ਦੀ ਖੁਸ਼ੀ ਮੰਗਲਾਚਾਰ ਦੇਵਤਿਆਂ ਵੱਲੋਂ ਕੀਤਾ ਜਾ ਰਿਹਾ ਹੈ। ਕਿੰਦਰ ਗੰਧਰਵ ਮਿਲ ਸਮੁਦਾਇਆ। ਇਸ ਤਰ੍ਹਾਂ ਗੰਧਰਵ ਨਾਮ ਸਵਰਗ ਦੇ ਰਾਗੀਆਂ ਨੂੰ ਗੰਧਰਵ ਕਹਿੰਦੇ ਆ। ਕਿੰਨਰ ਹੁੰਦੇ ਜਿਹੜੇ ਉਹਨਾਂ ਰਾਗੀਆਂ ਦੇ ਨਾਲ ਸਾਜ਼ ਵਜਾਉਂਦੇ ਆ, ਸਵਰਗ ਦੇ ਰਾਗੀਆਂ, ਉਹਨਾਂ ਨੂੰ ਕਿੰਨਰ ਕਹਿੰਦੇ ਆ। ਕਹਿੰਦੇ ਸਾਜੀ ਤੇ ਸਵਰਗ ਦੇ ਰਾਗੀ ਸਾਰੇ ਮਿਲ ਮਿਲ ਕੇ ਆਏ ਹਨ। ਸਭਹਿਨ ਮਹਿ ਆਨੰਦ ਵੱਡ ਛਾਇਆ। ਸਾਰਿਆਂ ਦੇ ਵਿੱਚ ਮਹਾਰਾਜ ਦੇ ਸੱਚਖੰਡ ਆਉਣ ਦੀ ਬਾਬਤ ਖਬਰ ਸੁਣੀ ਬੜਾ ਭਾਰੀ ਆਨੰਦ ਹੋ ਰਿਹਾ ਹੈ। ਪਹੁੰਚੇ ਪ੍ਰਭ ਬੈਕੁੰਠ ਸਥਾਨ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਬਹੁਤ ਜਿਹੜਾ ਹੈ ਉਹ ਭਾਰੀ ਆਨੰਦ ਸਹਿਤ ਸੱਚਖੰਡ ਤੱਕ ਪਹੁੰਚੇ ਹਨ। ਅਤ ਆਨੰਦ ਮਹਿ ਗੁਰ ਭਗਵਾਨ। ਗੁਰੂ ਹਰਿ ਪਾਤਸ਼ਾਹ ਭਗਵਾਨ ਖਟ ਭਗਾ ਸੰਪੰਨ ਹਨ ਤੇ ਬੜੇ ਆਨੰਦ ਸਹਿਤ ਹਨ। ਸੁਰ ਸਭ ਨਿਜ ਨਿਜ ਥਾਨ ਸਿਧਾਈ। ਜਿਹੜੇ ਦੇਵਤੇ ਸਭ ਆਪੋ ਆਪਣੀਆਂ ਪੁਰੀਆਂ, ਕਿਉਂਕਿ ਦੇਵਤਿਆਂ ਦੀ ਯੋਗਤਾ ਨਹੀਂ ਹੈ ਸੱਚਖੰਡ, ਦੇਵਤੇ ਆਪੋ ਆਪਣੀਆਂ ਪੁਰੀਆਂ ਚ ਰਹਿੰਦੇ ਹੋਣਗੇ। ਬ੍ਰਹਮਾ ਬ੍ਰਹਮਪੁਰੀ ਵਿੱਚ, ਸ਼ਿਵਪੁਰੀ ਵਿੱਚ ਸ਼ਿਵ ਭਗਵਾਨ, ਵਿਸ਼ਨੂਪੁਰੀ ਵਿੱਚ ਵਿਸ਼ਨੂੰ, ਇੰਦਰਪੁਰੀ ਨੂੰ ਸਵਰਗ ਕਹਿ ਦਿੰਦੇ। ਸੱਚਖੰਡ ਦੇ ਵਿੱਚ ਨਹੀਂ ਕਿਸੇ ਦਾ ਵਾਸਾ ਹੈ। ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਵਿੱਚ ਨਿਰੰਕਾਰ ਵਸਦਾ ਤੇ ਜਾਂ ਉਹ ਵਸਦੇ ਆ ਜਿਨ ਹਰ ਜਪਿਆ ਸੇ ਹਰ ਹੋਏ।
ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜੋ ਜਲ ਹੀ ਬਿਖੈ ਸਮਾਹੇ। ਤੋ ਬਾਲਾ ਪ੍ਰੀਤਮ ਮਹਾਰਾਜ ਸੱਚਖੰਡ ਪਹੁੰਚੇ। ਜਿੰਨੇ ਦੇਵੀ ਦੇਵਤੇ ਸਭ ਆਪੋ ਆਪਣੀਆਂ ਪੁਰੀਆਂ ਨੂੰ ਵਾਪਸ ਮੁੜ ਆਏ, ਪਰਤ ਆਏ ਹਨ। ਕੀਰਤ ਕਰਤ ਗੁਰਨ ਕੀ ਸਭ ਜਾਏ, ਪਾਸੇ ਜਦੋਂ ਜਾਂਦੇ ਮੁੜੇ ਪਰ ਪਿਛਾਂ ਪਰਤੇ ਆ। ਗੁਰੂ ਸਾਹਿਬ ਜੀ ਦੀ ਬੜੀ ਵਡਿਆਈ ਹੋ ਰਹੀ ਹੈ। ਜਪ ਤਨ ਤਿਆਗਿਓ ਜਨਨੀ ਜਾਨਾ। ਇਧਰ ਮਾਤ ਲੋਕ ਤੇ ਕੀ ਹੋ ਰਿਹਾ ਹੈ? ਕਵੀ ਰਾਜ ਕਹਿੰਦੇ ਜਦੋਂ ਬਾਲਾ ਪ੍ਰੀਤਮ ਨੇ ਮੁਖ ਤੇ ਕਪੜਾ ਲਿਆ, ਸਰੀਰ ਤਿਆਗ ਦਿੱਤਾ, ਮਾਤਾ ਜੀ ਨੇ ਜਾਣਿਆ ਵੀ ਸਭ ਜਿਆਦੇ ਸਰੀਰ ਤਿਆਗ ਗਏ ਲੱਗਦੇ ਐ। ਦਰਸ਼ਨ ਸੋ ਤਬ ਬਾਕ ਬਖਾਨਾ, ਮਾਤਾ ਜੀ ਨੇ ਇੱਕ ਸਿੱਖ ਨੂੰ ਬਚਨ ਕੀਤਾ ਹੈ। ਦੇਖੋ ਸਤਿਗੁਰ ਕੀ ਅਬ ਦੇਹ, ਮਹਾਰਾਜ ਦੇ ਸਰੀਰ ਨੂੰ ਟੋਹ ਕੇ ਇੱਕ ਸਿੱਖ ਨੂੰ ਮਾਤਾ ਜੀ ਕਹਿੰਦੇ ਵੇਖੋ ਜਰਾ ਕਿੱਦਾਂ ਹੈ। ਪ੍ਰਾਨ ਨਹੀਂ ਜਾਣੇ ਮਨ ਇਹ, ਤੇ ਜਾਣਨਾ ਕਰੋ। ਤਾਂ ਉਹ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਹੱਥ ਲਾ ਕਰਕੇ ਤਬ ਉਘਾਰ ਮੁਖ ਦਾਸ ਨਿਹਾਰਾ। ਮਹਾਰਾਜ ਮਾਤਾ ਜੀ ਕਹਿੰਦੇ ਵੀ ਉਹ ਜਾਪਦਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਰੀਰ ਤਿਆਗ ਗਏ ਹੈ। ਤਾਂ ਸਿੱਖ ਨੇ ਜਦੋਂ ਗਾਂਹ ਹੋ ਕਰਕੇ ਮਹਾਰਾਜ ਦੇ ਮੁਖ ਤੋਂ ਕੱਪੜਾ ਚੁੱਕਿਆ, ਮਹਾਰਾਜ ਦਾ ਮੁਖ ਮੰਡਲ ਜਿਹੜਾ ਉਹ ਕੱਪੜੇ ਰਹਿਤ ਕੀਤਾ ਹੈ। ਜਥਾ ਪ੍ਰਫੁੱਲਿਤ ਕਮਲ ਉਦਾਰਾ, ਉਹ ਮਹਾਰਾਜ ਦਾ ਮੁਖ ਉਸੇ ਤਰ੍ਹਾਂ ਜਿਵੇਂ ਕੋਈ ਵੱਡਾ ਕਮਲ ਦਾ ਫੁੱਲ ਖਿੜਿਆ ਹੁੰਦਾ, ਮੁਰਝਾਇਆ ਨਹੀਂ ਹੈ। ਮ੍ਰਿਤਕ ਚਿੰਨ ਇੱਕ ਪ੍ਰਾਨ ਨ ਆਵਤ, ਪ੍ਰਾਣ ਨਹੀਂ ਆ ਰਹੇ ਸੀ। ਮਿਰਤੂ ਦਾ ਇਹੀ ਚਿੰਨ ਸੀ, ਕੱਲਾ ਵੀ ਕੱਲੇ ਸਾਹ ਨਹੀਂ ਆ ਰਹੇ ਸੀਗੇ। ਬਾਕੀ ਸਰੀਰ ਪਾਤਸ਼ਾਹ ਦਾ ਇਦਾਂ ਨੇ ਤਾਂ ਜਿਵੇਂ ਚੜਾਈ ਕਰਨ ਦੇ ਤੁਰੰਤ ਬਾਅਦ ਹੀ ਸਰੀਰ ਦੀ ਰੂਪ ਰੇਖਾ ਬਹੁਤ ਭੱਦਾ ਜਿਹਾ ਕਾਲਾ ਜਿਹਾ ਪੈ ਜਾਂਦਾ, ਆਭਾ ਮੰਡਲ ਨਹੀਂ ਰਹਿੰਦਾ। ਤੋ ਪਾਤਸ਼ਾਹ ਦਾ ਸਰੀਰ ਬਿਲਕੁਲ ਇੰਨ ਬਿਨ ਜਿਵੇਂ ਕਿਤੇ ਕਮਲ ਖਿੜਿਆ ਹੁੰਦਾ, ਪਰ ਸਰੀਰ ਚੋਂ ਸਵਾਸ ਨਹੀਂ ਆਏ, ਸੇਵਕ ਨੇ ਵੇਖਿਆ ਹੈ। ਅਪਰ ਪ੍ਰਭਾ ਤਿਮਹੀ ਦ੍ਰਿਸ਼ਟਾਵਤ, ਬਾਕੀ ਸੋਭਾ ਮਹਾਰਾਜ ਦੇ ਸਰੀਰ ਦੀ ਉਵੇਂ ਹੀ ਦਿਸ ਰਹੀ ਹੈ, ਕੱਲਾ ਸਵਾਸ ਨਹੀਂ ਹੈ, ਸਰੀਰ ਬਿਲਕੁਲ ਤਰੋਤਾਜ਼ਾ ਹੈ। ਬਹੁਰੂ ਬਦਨ ਅਛਾਦਨ ਕਰਿਓ, ਇਹਨਾਂ ਵੇਖ ਕੇ ਸਿੱਖ ਨੇ ਮਹਾਰਾਜ ਦਾ ਮੁਖੜਾ ਫੇਰ ਢੱਕ ਦਿੱਤਾ ਹੈ। ਸਭ ਕੇ ਦ੍ਰਿਗ ਪੂਰਨ ਜਲ ਢਰਿਓ, ਬਸ ਸਮਝ ਗਏ ਸਿੱਖ ਸਾਰੇ ਵੀ ਮਹਾਰਾਜ ਸੱਚਖੰਡ ਚਾਲਾ ਮਾਰ ਗਏ ਹੈ। ਸਭ ਸੰਗਤਾਂ ਦੇ ਨੇਤਰਾਂ ਵਿੱਚ ਜਲ ਭਰ ਗਿਆ ਹੈ। ਰੁਦਤ ਭਏ ਜਬ ਅੰਤਰ ਸਾਰੇ, ਜਦੋਂ ਇਹ ਅੰਦਰ ਤੰਬੂ ਦੀ ਸਾਰੀ ਕਲਾ ਵਰਤ ਰਹੀ ਪ੍ਰਸੰਗ ਸੀ, ਜਿਹੜਾ ਮਾਤਾ ਜੀ ਸਨ, 2-4 ਸਿੱਖ ਸਨ ਜਾਂ ਬਾਲਾ ਪ੍ਰੀਤਮ ਜਦੋਂ ਸੱਚਖੰਡ ਗਏ, ਜਦੋਂ ਤੰਬੂ ਦੇ ਵਿੱਚੋਂ ਅੰਦਰੋਂ ਰੋਣ ਦੀਆਂ ਆਵਾਜ਼ਾਂ, ਨੇਤਰਾਂ ਦੇ ਵਿੱਚ ਪਾਣੀ ਹੈ ਤੇ ਮਾਤਾ ਜੀ ਹੌਕਾ ਲੈਂਦੇ ਸਿੱਖਾਂ ਨੇ ਬਾਹਰ ਸੁਣੇ ਹਨ। ਵਹਿਰ ਪੌਰ ਪਰ ਸੁਨੀ ਪੁਕਾਰੇ, ਬਾਹਰ ਦਰਵਾਜ਼ੇ ਤੱਕ ਪੰਡਾਲ ਵਿੱਚ ਵੀ ਇਹ ਗੱਲ ਪ੍ਰਗਟ ਪ੍ਰਤੱਖ ਚਿੱਟੇ ਦਿਨ ਵਾਂਗਰਾਂ ਹੋ ਗਈ ਹੈ ਵੀ ਮਹਾਰਾਜ ਸੱਚਖੰਡ ਚਾਲਾ ਪਾ ਗਏ ਹੈ। ਜਾਨਿਓ ਸਭਿਨ ਸਮਾਵਤ ਭਏ, ਸਭ ਸੰਗਤਾਂ ਨੇ ਜਾਣ ਲਿਆ ਵੀ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ। ਆਪਨ ਪੁਰੀ ਕੋ ਪ੍ਰਾਪਤ ਥੀਏ, ਆਪਣੀ ਪੁਰੀ ਨੂੰ ਸੱਚਖੰਡ ਨੂੰ ਚਾਲਾ ਪਾ ਗਏ ਹਨ। ਸਿਮਰਤ ਸਤ ਨਾਮ ਸਹਿ ਸ਼ੋਕਾ, ਤੇ ਸਿੱਖਾਂ ਦੇ ਨੇਤਰ ਗਿੱਲੇ ਹੈ, ਸਿੱਖਾਂ ਦੇ ਨੇਤਰਾਂ ਵਿੱਚ ਵੀ ਪਾਣੀ ਹੈ, ਪਰ ਮਹਾਰਾਜ ਦਾ ਬਚਨ ਸੀ ਵੀ ਸਾਡੇ ਚਾਲੇ ਤੇ ਕਿਸੇ ਰੋਣਾ ਨਹੀਂ, ਨਾਮ ਜਪੋ। ਤਾਂ ਸਿੱਖ ਮਹਾਰਾਜ ਦਾ ਬਚਨ ਮੰਨ ਕੇ ਬਾਹਰ ਜਿੰਨੀ ਸੰਗਤ ਖੜੀ ਹੈ ਉਹ ਵਾਹਿਗੁਰੂ 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 ਸਤਨਾਮ ਦਾ ਸਿਮਰਨ ਕਰ ਰਹੀ ਹੈ, ਨਾਲੇ ਨੇਤਰਾਂ ਚੋਂ ਜਲ ਕੇਰਦੀ ਹੈ। ਹੁਤੇ ਪੌਰ ਪਰ ਜੇਤਿਕ ਲੋਕਾ, ਜਿੰਨੇ ਸਿੱਖ ਸਾਧ ਸੰਗਤ ਦਰਵਾਜ਼ੇ ਸੀ, ਬਾਹਰ ਸੀ ਮਹਾਰਾਜ ਦੇ ਪੰਡਾਲ ਤੋਂ ਜਾਂ ਤੰਬੂ ਤੋਂ, ਜਿੰਨੀ ਸੰਗਤ ਬਾਹਰ ਖੜੀ ਹੋਈ ਹੈ, ਸੁਨ ਜੈ ਸਿੰਘ ਕੋ ਦੂਤ ਸਿਧਾਰਿਓ, ਉਹ ਸਾਰੇ ਦੇ ਸਾਰੇ ਜਿਹੜੇ ਹੈ ਉਹ ਸੁਣ ਰਹੇ। ਦੂਤ ਪਾਠ ਹੈ, ਦੂਰ ਦੀ ਥਾਂ ਦੇ ਕੇ ਦੂਤ ਹੀ ਹੈ। ਤੋ ਜੈ ਸਿੰਘ ਦੇ ਦੂਤ ਨੂੰ ਜਦੋਂ, ਕਿਉਂਕਿ ਬੰਦੇ ਛੱਡੇ ਹੀ ਸੀ ਜੈ ਸਿੰਘ ਦਿੱਲੀ ਵਾਲੇ ਰਾਜੇ ਨੇ ਵੀ, ਜਦੋਂ ਮਹਾਰਾਜ ਸੱਚਖੰਡ ਚਾਲਾ ਪਾਉਣਗੇ, ਜਦੋਂ ਉਹਨਾਂ ਨੂੰ ਖਬਰ ਹੋਈ ਤੇ ਦਵਾ ਦਵ ਰਾਜੇ ਕੋਲ ਭੱਜੇ ਹਨ। ਜਾਏ ਪਾਸ ਤਿਸ ਭੇਵ ਉਚਾਰਿਓ, ਜਾ ਕੇ ਰਾਜੇ ਜੈ ਸਿੰਘ ਕੋਲ ਸਾਰੀ ਗੱਲ ਦੱਸੀ ਦੂਤਾਂ ਨੇ। ਨਿਰਪ ਸੁਨ ਸ਼ੋਕ ਵਿਸਾਲ ਉਪਾਇਓ, ਇਹ ਰਾਜਨ ਸਤਿਗੁਰੂ ਬਾਲਾ ਪ੍ਰੀਤਮ ਸੱਚਖੰਡ ਚਾਲਾ ਮਾਰ ਗਏ ਹੈ। ਸੁਣ ਕੇ ਰਾਜੇ ਜੈ ਸਿੰਘ ਨੇ ਬੜਾ ਦੁੱਖ ਪ੍ਰਾਪਤ ਕੀਤਾ ਹੈ। ਸਿਮਰ ਸਿਮਰ ਗੁਰ ਗੁਣ ਪਛੁਤਾਇਓ, ਸਤਿਗੁਰਾਂ ਦੇ ਮਹਾਨ ਗੁਣਾਂ ਨੂੰ ਸਿਮਰਦਾ ਹੈ, ਮਨ ਵਿੱਚ ਬੜਾ ਝੂਰਦਾ ਦੁਖੀ ਹੁੰਦਾ ਹੈ। ਸ਼ਾਹੋ ਨਿਕਟ ਸੁਧ ਤਬ ਪਹੁੰਚਾਈ, ਫਿਰ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੀ ਰਾਜੇ ਜੈ ਸਿੰਘ ਨੂੰ ਵੀ ਮੈਨੂੰ ਦੱਸ ਦੇਣਾ। ਤਾਂ ਜੈ ਸਿੰਘ ਨੇ ਔਰੰਗਜ਼ੇਬ ਬਾਦਸ਼ਾਹ ਕੋਲ ਖਬਰ ਕੱਲ ਦਿੱਤੀ ਹੈ। ਜਾਮ ਜਾਮਨੀ ਦੀਨ ਬਿਤਾਈ, ਤੋ ਸਾਰੀ ਉਹ ਇਦਾਂ ਸਿੱਖ ਨੇ ਜਾਂ ਕਿਸੇ ਦੂਤ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਵੀ ਬਾਦਸ਼ਾਹ ਬਾਲਾ ਪ੍ਰੀਤਮ ਨੇ ਜਾਮ ਜਾਮਣੀ ਤੀਨ ਬਤਾਈ, 3 ਰਾਤ ਦੇ ਪਹਿਲੇ ਪਹਿਰ ਇਦਾਂ ਬਤੀਤ ਹੋ ਗਏ ਹਨ। ਸੁਨ ਕੈ ਸੁਦਤ ਗੀਤ ਪੁਨ ਕਰੀ, ਤੇ ਔਰੰਗਜ਼ੇਬ ਨੂੰ ਦੱਸ ਦਿੱਤਾ ਵੀ ਮਹਾਰਾਜ ਬਾਲਾ ਪ੍ਰੀਤਮ ਸੱਚਖੰਡ ਚਾਲਾ ਮਾਰ ਗਏ। ਔਰੰਗਜ਼ੇਬ ਨੂੰ ਖਬਰ ਹੋ ਗਈ ਰਾਜੇ ਜੈ ਸਿੰਘ ਦੁਆਰਾ। ਸੁਣ ਕੇ ਔਰੰਗਜ਼ੇਬ ਨੇ ਤੇ ਪੂਰੀ ਤਗੀਦ ਕਰ ਦਿੱਤੀ, ਤਕੜਾਈ ਕਰਾ ਦਿੱਤੀ ਹੈ। ਮੈਂ ਆਵੋਂ ਚੱਲ ਕਰ ਜਿਸ ਘਰੀ, ਆਖਿਆ ਵੀ ਜੈ ਸਿੰਘ ਰਾਜੇ ਨੂੰ ਕਹੋ
ਜਦੋਂ ਮੈਂ ਚੱਲ ਕੇ ਆਵਾਂਗਾ, ਜਿਸ ਸਮੇਂ ਮੈਂ ਉੱਥੇ ਪਹੁੰਚਾਂਗਾ, ਤਬ ਕਰਨੋ ਸੰਸਕਾਰ ਸਰੀਰ। ਤੇ ਮਹਾਰਾਜ ਦੇ ਸਰੀਰ ਦਾ ਸੰਸਕਾਰ ਫੇਰ ਹੋਣਾ ਚਾਹੀਦਾ। ਜਿੰਨਾ ਸਮਾਂ ਮੈਂ ਪਹੁੰਚਦਾ ਨਹੀਂ, ਕਿਸੇ ਤਰ੍ਹਾਂ ਵੀ ਸੰਸਕਾਰ ਨਹੀਂ ਹੋਣਾ ਚਾਹੀਏ। ਬਾਲ ਗੁਰੂ ਹਰਿ ਕ੍ਰਿਸ਼ਨ ਸਤੀਰ। ਸਹਿਤ ਧੀਰਜ ਧਾਰੀ ਬਾਲਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ। ਨਿਰਭਕੋ ਆਨ ਸਕਲ ਤੇ ਸਮੁਝਾਈ। ਉਹ ਜਿਹੜਾ ਦੂਤ ਸੀ ਉਹ ਆਇਆ ਪਰਤਿਆ ਪਿਛਾਂ ਰਾਜੇ ਜੈ ਸਿੰਘ ਕੋਲ। ਜੈ ਸਿੰਘ ਨੂੰ ਆ ਕੇ ਉਹਨੇ ਸਾਰੀ ਗੱਲ ਬਾਦਸ਼ਾਹ ਨੇ ਜੋ ਹੁਕਮ ਕੀਤਾ ਹੈ ਉਹ ਜੈ ਸਿੰਘ ਨੂੰ ਦੱਸਿਆ ਹੈ। ਸਾਹੋ ਆਪਸੋਂ ਇਮ ਫੁਰਮਾਈ। ਇਹ ਰਾਜਾ ਜੀ, ਬਾਦਸ਼ਾਹ ਔਰੰਗਜ਼ੇਬ ਨੇ ਆਪ ਜੀ ਦੇ ਤਾਂ ਹੀ ਏਦਾਂ ਹੁਕਮ ਕੀਤਾ ਹੈ ਸੁਨ ਜੈ ਸਿੰਘ ਗਇਓ ਤਤਕਾਲ। ਵੀ ਸੰਸਕਾਰ ਨਹੀਂ ਕਰਨਾ ਉਹਨਾਂ ਸਮਾਂ ਜਿੰਨਾ ਸਮਾਂ ਬਾਦਸ਼ਾਹ ਕਹਿੰਦਾ ਮੈਂ ਨਹੀਂ ਪਹੁੰਚਦਾ, ਮੈਂ ਦਰਸ਼ਨ ਕਰਨੇ ਚਾਹਣਾ ਉਹਨਾਂ ਦੇ ਸਰੂਪ ਦੇ। ਤੋ ਇਹ ਸੁਣ ਕੇ ਜੈ ਸਿੰਘ ਅੱਧੀ ਰਾਤ ਹੀ ਨਾਲ ਦੀ ਨਾਲ ਮਹਾਰਾਜ ਦੇ ਡੇਰੇ ਪਹੁੰਚਿਆ ਹੈ। ਅੰਮ੍ਰਿਤ ਵੇਲਾ ਹੁਤੁ ਵਿਸਾਲ। ਅਜੇ ਅੰਮ੍ਰਿਤ ਵੇਲਾ ਹੋ ਹੀ ਰਿਹਾ ਸੀ, ਜਿਵੇਂ 3 ਪਹਿਰ ਲੰਘ ਗਏ ਸਨ, ਜਿਵੇਂ ਤੜਕੇ 3 ਪੌਣੇ 4 3 3:30 ਦਾ ਸਮਾਂ ਹੁੰਦਾ, ਇੰਨਾ ਕੁ ਸਮਾਂ ਹੋ ਚੁੱਕਿਆ ਹੈ ਸੀ। ਜਾਏ ਪੌਰ ਪਰ ਬੈਠਿਓ ਤੇ ਸੋਏ। ਜਾ ਕੇ ਰਾਜਾ ਜੈ ਸਿੰਘ ਵੀ ਮਹਾਰਾਜ ਦੇ ਦਰਵਾਜ਼ੇ ਤੇ ਬੈਠ ਗਿਆ ਹੈ। ਆਏ ਅਪਰ ਬੈਠਾ ਸਭ ਕੋਏ। ਹੋਰ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ, ਸੰਗਤਾਂ ਭਾਰੀ ਗਿਣਤੀ ਵਿੱਚ ਆਣ ਕੇ ਮਹਾਰਾਜ ਦੇ ਉੱਥੇ ਬਾਹਰ ਦਰਵਾਜ਼ੇ ਤੇ ਬੈਠ ਰਹੀਆਂ ਹਨ। ਭਈ ਪ੍ਰਭਾਤ ਸੁਨਿਓ ਪੁਰ ਸਾਰੇ। ਇਧਰ ਜਿਵੇਂ ਜਿਵੇਂ ਦਿਨ ਚੜ ਗਿਆ, ਦਿਨ ਚੜੇ ਸਾਰੀ ਦਿੱਲੀ ਦੀ ਨਗਰੀ ਨੂੰ ਪਤਾ ਲੱਗ ਗਿਆ ਹੈ। ਸਿੱਖ ਸੰਗਤ ਭਾ ਮੇਲ ਉਦਾਰੇ। ਬੇਅੰਤ ਸਿੱਖ ਸੰਗਤਾਂ ਮਿਲ ਮਿਲ ਕੇ ਪਹੁੰਚ ਰਹੀਆਂ ਤੇ ਬੜਾ ਦੂਰ ਤੱਕ ਠਾਠਾਂ ਮਾਰਦਾ ਇਕੱਠ ਦਿਨ ਚੜ੍ਹਦੇ ਤੱਕ ਮਹਾਰਾਜ ਦੇ ਆਸਣ ਤੇ ਹੋ ਚੁੱਕਾ ਹੈ। ਚੰਦਨ ਲੈ ਲੈ ਪਹੁੰਚੇ ਕੋਏ। ਸਿੱਖ ਚੰਦਨ ਲੈ ਲੈ ਕੇ, ਜਿਹੜੇ ਅਮੀਰ ਸਿੱਖ ਸਨ ਵਪਾਰੀ ਲੋਕ, ਉਹ ਮਹਾਰਾਜ ਦੇ ਸੰਸਕਾਰ ਵਾਸਤੇ ਚੰਦਨ ਦੀ ਲੱਕੜ ਲੈ ਲੈ ਪਹੁੰਚੇ ਹੈ। ਤਿਲ ਅਰ ਘਿਤ ਕਨੋ ਲੈ ਸੋਏ। ਕੋਈ ਤਿਲ ਲੈ ਲੈ ਕੇ ਆਉਂਦਾ, ਕੋਈ ਦੇਸੀ ਘਿਓ ਸ਼ੁੱਧ ਲੈ ਲੈ ਕੇ ਮਹਾਰਾਜ ਦੇ ਆਸਣ ਤੇ ਪਹੁੰਚ ਰਿਹਾ ਹੈ। ਅਨੇਕ ਸੁਗੰਧਨ ਲਿਆਵਨ ਕਰਾ। ਅਨੇਕਾਂ ਤਰ੍ਹਾਂ ਦੀਆਂ ਸ਼੍ਰੇਸ਼ਟ ਸੁਗੰਧੀਆਂ ਲੈ ਲੈ ਕੇ ਸਿੱਖ ਪਹੁੰਚਦੇ ਹਨ। ਸ਼ੋਕ ਵਿਸਾਲ ਸਿੱਖ ਬਹੁਤ ਸਿੱਖਾਂ ਰਹਿ। ਦੇ ਮਨ ਵਿੱਚ ਬੜਾ ਭਾਰੀ ਦੁੱਖ ਹੈ ਮਹਾਰਾਜ ਦੇ ਚਾਲੇ ਦਾ। ਭਈ ਭੀੜ ਨਰ ਮਿਲੇ ਹਜ਼ਾਰੋਂ। ਬੜੀ ਭੀੜ ਲੱਗ ਰਹੀ ਖਾਲਸਾ ਜੀ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਠ ਹੋ ਰਿਹਾ ਹੈ। ਸੁਨ ਸੁਧ ਚਲੇ ਆਏ ਦੁਖ ਧਾਰੂ। ਜਿਵੇਂ ਜਿਵੇਂ ਖਬਰ ਹੁੰਦੀ, ਦੁੱਖ ਹੁੰਦਾ ਸਿੱਖਾਂ ਨੂੰ ਤੇ ਬੜੀ ਛੇਤੀ ਪਹੁੰਚਦੇ ਹਨ। ਬੈਠਾ ਸਿਮਰਹ ਗੁਰੂ ਗੁਣ ਕਨੇ। ਆ ਕੇ ਪੰਡਾਲ 'ਚ ਬਹਿ ਜਾਂਦੇ, ਮਹਾਰਾਜ ਦੇ ਤੰਬੂ ਅੱਗੇ ਸਿਮਰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਭਾਰੀ ਗੁਣਾ ਤਾਈਂ। ਕਸ਼ਟ ਅਨੇਕ ਦਰਸ਼ਨ ਤੇ ਹਨੇ। ਸਭ ਗੱਲਾਂ ਕਰਦੀ ਸੰਗਤ ਵੀ, ਦਿੱਲੀ ਦੀ ਸੰਗਤ ਵਿਸ਼ੇਸ਼ ਕਰਕੇ ਕਹਿੰਦੇ ਵੀ ਵੇਖੋ ਮਹਾਰਾਜ ਦੇ ਦਰਸ਼ਨ ਐਡੇ ਸਨਗੇ ਪ੍ਰਤਾਪੀ, ਜਿਹੜਾ ਦਰਸ਼ਨ ਕਰ ਲੈਂਦਾ ਸੀ ਉਹਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਸਨ। ਜਬ ਕੇ ਪੁਰ ਮਹਿ ਭਏ ਪ੍ਰਵੇਸ਼। ਭਾਈ ਜਦੋਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਡੀ ਦਿੱਲੀ ਨਗਰੀ ਵਿੱਚ ਆਏ ਹਨ, ਤਬ ਤੇ ਨਾਸੇ ਰੋਗ ਅਸ਼ੇਸ਼। ਉਸ ਦਿਨ ਤੋਂ ਲੈ ਕੇ ਸਾਰੇ ਰੋਗ ਦੁੱਖ ਕਲੇਸ਼ ਸਭ ਨਾਸ਼ ਹੋ ਗਏ ਐ। ਜਹ ਪੁਰ ਨਾਥ ਆਦ ਸਭ ਕਹਾ। ਇਸ ਤਰ੍ਹਾਂ ਰਾਜੇ ਜੈ ਸਿੰਘ ਵਰਗੇ ਵੀ ਮਹਾਰਾਜ ਦੀ ਸੋਭਾ ਕਰਦੇ ਹਨ। ਸਰਬ ਕਲਾ ਸਮਰੱਥ ਪ੍ਰਭ ਲਹਾ। ਇਹ ਸੱਚੀ ਗੱਲ ਹੈ ਭਾਈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹ ਤਾਂ ਜਾਣਿਆ ਪੈਂਦਾ, ਮਹਾਰਾਜ ਸਰਬ ਕਲਾ ਸਮਰੱਥ ਸਨ। ਕਿਹੜੀ ਕਲਾ ਹੈ ਜਿਹੜੀ ਪਾਤਸ਼ਾਹ ਦੇ ਕੋਲ ਨਹੀਂ ਹੈ ਸੀ। ਕੀਚਿਤ ਰਾਮ ਰਾਏ ਕੋ ਨਿੰਦਾ। ਕਈ ਫਿਰ ਰਾਮ ਰਾਏ ਦੀ ਨਿੰਦਾ ਸੰਗਤ ਕਰਦੀ ਹੈ। ਰਾਮ ਰਾਏ ਦੀ ਬਾਬਤ ਏਦਾਂ ਕਹਿੰਦੇ ਹਨ, ਮਤ ਸਰ ਧਰਤਾ ਬਹੁ ਉਰ ਬਿੰਦਾ। ਜਿਹੜਾ ਇਹ ਰਾਮ ਰਾਏ ਹੈ ਇਹ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਹੋਇਆ। ਸਾਰੀ ਸੰਗਤ ਮਹਾਰਾਜ ਦੇ ਚਰਨ ਪਰਸਦੀ ਰਹੀ, ਪਰ ਇਹ ਹੰਕਾਰੀ ਹੋਣ ਕਰਕੇ ਮਹਾਰਾਜ ਦੀ ਨਿੰਦਾ ਕਰਦਾ ਰਿਹਾ ਤੇ ਸਤਿਗੁਰਾਂ ਨਾਲ ਬੜੀ ਈਰਖਾ ਕਰਦਾ ਹੈ। ਸਹੋ ਨਿਕਟ ਕਹਿ ਪ੍ਰਥਮ ਹਕਾਰੇ। ਭਾਵੇਂ ਬਾਦਸ਼ਾਹ ਔਰੰਗਜ਼ੇਬ ਨੇ ਜਿਹੜਾ ਇੱਥੇ ਸੱਦਿਆ ਤੇ ਇਹ ਪਹਿਲਾਂ ਹੀ ਬੈਠਾ ਹੋਇਆ ਸੀ ਨਾ ਇੱਥੇ ਰਾਮ ਰਾਏ, ਸੰਗਤ ਕਹਿੰਦੀ ਵੀ ਰਾਮ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਰਾਹੀਂ ਕਹਿ ਕਵਾ ਕੇ ਤੇ ਦਿੱਲੀ ਸਦਵਾਇਆ ਸੀ। ਪੁਰ ਪ੍ਰਵੇਸ਼ੇ ਵਿਖ ਸ਼ਰਾਪ ਉਚਾਰੇ। ਤੇ ਜਦੋਂ ਨਗਰ ਆ ਗਏ ਇੱਥੇ ਦਿੱਲੀ 'ਚ, ਸਤਿਗੁਰੂ ਸੰਗਤਾਂ ਉਹਨਾਂ ਦਾ ਪ੍ਰੇਮ ਕਰਨ ਲੱਗੀਆਂ ਤੇ ਰਾਮ ਰਾਏ ਈਰਖਾ 'ਚ ਆ ਗਿਆ। ਈਰਖਾ ਦੇ ਵਿੱਚ ਸਾੜ ਦੇ ਮਾਰੇ ਨੇ ਕਈ ਤਰ੍ਹਾਂ ਦੇ ਭੈੜੇ ਬਚਨ ਕੀਤੇ। ਇਨ ਹੋਣਾ ਚਾਹੀਓ ਸਾਹੂ ਸੋ ਮੇਲਾ। ਤੇ ਇਸ ਕਰਕੇ ਇਹ ਹੁਣ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੇਲ, ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ ਮਹਾਰਾਜ ਦੇ ਦਰਸ਼ਨ ਕਰਨ ਨੂੰ, ਪਰ ਸਤਿਗੁਰਾਂ ਨੇ ਔਰੰਗਜ਼ੇਬ ਨਾਲ ਮੇਲ ਮਿਲਾਪ ਨਹੀਂ ਰੱਖਿਆ ਹੈ। ਦਰਸ਼ਨ ਦੀਨ ਨਾ ਲੀਨ ਸੁਹੇਲਾ। ਸਤਿਗੁਰਾਂ ਨੇ ਆਪਦਾ ਪਰਨ ਪੂਰਾ ਕੀਤਾ। ਸੰਗਤ ਕਹਿੰਦੀ ਆਪਸ 'ਚ ਗੱਲਾਂ ਕਰਦੇ ਵੀ ਮਹਾਰਾਜ ਨੇ ਆਪਦਾ ਪ੍ਰਤੱਗਿਆ ਨਹੀਂ ਛੱਡੀ। ਵੇਖੋ ਅੰਤਲੇ ਸਮੇਂ ਤੱਕ ਮਰ ਨਾ ਔਰੰਗੇ ਦੇ ਮੱਥੇ ਲੱਗੇ ਤੇ ਨਾ ਉਸ ਨੂੰ ਮੱਥੇ ਲਾਇਆ ਹੈ। ਕਹੇ ਪਿਤਾ ਕੇ ਮਹਿ ਇਹ ਰਹੇ। ਆਪਣੇ ਪਿਤਾ ਦੇ ਕਹੇ ਹੋਏ ਬਚਨਾਂ ਤੇ ਮਹਾਰਾਜ ਅਟਲ ਰਹੇ ਹੈ। ਦੀਨੀ ਕਰਾਮਾਤ ਨਹਿ ਚਹੇ। ਸੱਚੇ ਪਾਤਸ਼ਾਹ ਜੀ ਕਰਾਮਾਤ ਨਹੀਂ ਰੱਤੀ ਮਾਤਰ ਵੀ ਕਿਸੇ ਨੂੰ ਵਿਖਾਉਂਦੇ
ਵਿਖਾਉਣੇ ਬੜੇ ਗੁਪਤ ਸਨ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਨ ਤੋਂ ਮਹਾਨ ਸਨ। ਧੰਨ 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 ਸਨ, ਧਨ ਦਾ ਯੋਗ ਸਨ। ਧੀਰ ਗੰਭੀਰ ਅਭੀਰ ਸੁਜਾਨੇ। ਬੜੇ ਧੀਰਜ ਵਾਲੇ ਸੀ, ਗੰਭੀਰ ਡੂੰਘੇ ਵੀ ਬੜੇ ਸਨ, ਧੀਰਜ ਵਾਲੇ ਸਨਗੇ। ਭੀਰ ਨਾਮ ਹੁੰਦਾ ਹੈ ਦੁੱਖਾਂ ਦਾ, ਦੁੱਖ ਤੋਂ ਆਰਹਿਤ ਸਨਗੇ ਤੇ ਬੜੇ ਸੁਗੜ ਸਰੂਪ ਸਿਆਣੇ ਸਨ। ਨਿਜ ਪ੍ਰਾਨ ਤੇ ਨਹਿ ਚੱਲੇ ਗੁਸਾਈ। ਸਤਿਗੁਰੂ ਸਰੀਰ ਤਿਆਗ ਦਿੱਤਾ ਪਰ ਆਪਦਾ ਪ੍ਰਣ ਨਹੀਂ ਸੱਚੇ ਪਾਤਸ਼ਾਹ ਨੇ ਛੱਡਿਆ। ਆਪਦੇ ਪ੍ਰਣ ਤੋਂ ਨਹੀਂ ਚਲਾਏ ਮਨ ਕਹੀਏ ਫਿਰੇ ਐ। ਨਹਿ ਮਿਲਵੇ ਕੀ ਲਖੀ ਵਡਾਈ। ਤੇ ਨਾ ਹੀ ਔਰੰਗਜ਼ੇਬ ਨੂੰ ਮਿਲਣ ਦੀ ਕੋਈ ਬਹੁਤੀ ਵਡਿਆਈ ਜਾਣੀ ਵੀ ਮੈਂ ਮਿਲਾਂਗੇ ਅਸੀਂ ਤੇ ਔਰੰਗਜ਼ੇਬ ਦੀ ਬੜੀ ਸਾਡੀ ਸੋਭਾ ਹੋਏਗੀ। ਜਿਵੇਂ ਹੁਣ ਨਹੀਂ ਲੋਕ ਉਹ ਮੰਤਰੀਆਂ ਸੰਤਰੀਆਂ ਨੂੰ ਮਿਲ ਕੇ ਬੜਾ ਆਪਦੇ ਆਪ ਮਾਣ ਮਹਿਸੂਸ ਕਰਦੇ। ਸੰਗਤ ਕਹਿੰਦੀ ਵੀ ਮਹਾਰਾਜ ਤਾਂ ਏਡੇ ਦਿਆਲੂ ਕਿਰਪਾਲੂ ਵੀ ਵਡਿਆਈ ਦੀ ਇੱਛਾ ਹੀ ਨਹੀਂ ਰੱਖੀ, ਔਰੰਗਜ਼ੇਬ ਨਾਲ ਮਿਲਣ ਦੀ ਇੱਛਾ ਨਹੀਂ ਰੱਖੀ ਹੈ। ਧਨ ਪੂਜਾ ਕੀ ਚਾਹ ਨਾ ਕੋਈ। ਨਾ ਇਹਨਾਂ ਨੇ ਕਦੀ ਮਾਇਆ ਦਾ ਲਾਲਚ ਕੀਤਾ, ਨਾ ਇਹ ਵੀ ਸਾਡੇ ਕੋ ਪੈਰ ਪੂਜੇ ਸਾਡੇ ਚਰਨੀ ਪਵੇ। ਨਾ ਤਾਂ ਪੂਜਾ ਦੀ ਇੱਛਾ ਕਦੀ ਰੱਖੀ ਇਹਨਾਂ ਨੇ ਤੇ ਨਾ ਹੀ ਕਦੇ ਇਹਨਾਂ ਨੇ ਧਨ ਦੀ ਇੱਛਾ ਰੱਖੀ ਹੈ। ਸਦਾ ਸਹਾਇਕ ਦਾਸਨ ਹੋਈ। ਆਪਣੇ ਦਾਸਾਂ ਸੇਵਕਾਂ ਦੇ ਜਹਾਂ ਤਹਾਂ ਜਿੱਥੇ ਕਿੱਥੇ ਸਹਾਇਤਾ ਕਰਨ ਵਾਲੇ ਹੋਏ ਹੈ। ਜਿਤੇ ਆਦਿਕ ਗੁਣ ਵਰਣਨ ਕਰੈ। ਇਸ ਤੋਂ ਆਦਿਕ ਬੜੇ ਗੁਣ ਸਤਿਗੁਰਾਂ ਦੇ ਸੰਗਤ ਜਿਹੜੀ ਹੈ ਨਾ ਵਰਣਨ ਕਰਦੀ ਬੈਠੀ, ਮਹਾਰਾਜ ਦੇ ਵਿਚਾਰਾਂ ਕਰਦੀ ਹੈ। ਸੀਲ ਸਰੂਪ ਮ੍ਰਿਦੁਲ ਸੁਭ ਧਨੈ। ਮਹਾਰਾਜ ਦਾ ਸੀਲ ਸਰੂਪ ਹੈ ਸੀ। ਮਹਾਰਾਜ ਮ੍ਰਿਦੁਲ ਸੁਭਾਅ ਦੇ ਸਨ, ਬੜੇ ਸ਼ੁਭ ਗੁਣ ਧਾਰਨ ਵਾਲੇ। ਭਈ ਪੌਰ ਆਗੇ ਬਹੁ ਇਸ ਭੀੜ। ਤਰ੍ਹਾਂ ਖਾਲਸਾ ਜੀ ਵੀ ਮਹਾਰਾਜ ਦੇ ਦਰਵਾਜ਼ੇ ਅੱਗੇ ਤੰਬੂ ਦੇ ਅੱਗੇ ਬੜੀ ਭੀੜ ਲੱਗ ਰਹੀ ਹੈ ਸਿੱਖਾਂ ਸੇਵਕਾਂ ਦੀ। ਤਤਹ ਬਿਲੋਚਨ ਤੇ ਸਿਖ ਨੀਰ। ਮਹਾਰਾਜ ਦੇ ਵਿਯੋਗ ਵਿੱਚ ਸਿੱਖ ਸੰਗਤਾਂ ਨੇਤਰਾਂ ਤੋਂ ਜਲ ਕੀਰਦੀਆਂ ਹਨ। ਅੰਤਰ ਦਾਸੀ ਦਾਸ ਕਨੇਰੇ। ਅੰਦਰ ਮਹਾਰਾਜ ਦਾ ਤੰਬੂ ਜਿੱਥੇ ਉੱਥੇ ਮਾਤਾ ਜੀ ਹਨ, ਕੁਝ ਦਾਸੀਆਂ ਤੇ ਕੁਝ ਦਾਸ ਬਹੁਤੇ ਹਨ। ਰੋਦਤ ਉਪਜਿਓ ਸ਼ੋਕ ਵੱਡੇਰੇ। ਜਦੋਂ ਮਾਤਾ ਜੀ ਵਿਰਲਾਪ ਕਰਦੇ ਦੁਖੀ ਹੁੰਦੇ ਤੇ ਸਿੱਖਾਂ ਦੇ ਮਨ ਵਿੱਚ ਵੀ ਮਹਾਰਾਜ ਦਾ ਸਰੂਪ ਆ ਸਤਿਗੁਰੂ ਕੋਲ ਲਾਗੇ ਬਰਾਜੇ ਵੇਖ ਕੇ ਬੜੇ ਸਿੱਖਾਂ ਦੇ ਮਨ ਵਿੱਚ ਵਿਰਾਗ ਪੈਦਾ ਹੁੰਦਾ ਹੈ ਤੇ ਉਹ ਵਿਰਾਗ ਨੇਤਰਾਂ ਰਾਹੀਂ ਡੁੱਲਦਾ ਹੈ। ਸੁਤ ਕੇ ਸਿਮਰ ਸਿਮਰ ਗੁਣ ਭਾਰੀ। ਮਾਤਾ ਜੀ ਆਪਣੇ ਸਾਹਿਬਜ਼ਾਦੇ ਸਤਿਗੁਰਾਂ ਦੇ ਬੜੇ ਸੋਹਣੇ ਗੁਣਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਗੁਣ ਯਾਦ ਕਰ ਕਰਕੇ ਸਿਮਰ ਸਿਮਰ ਕੇ। ਦੁਖੀ ਹੋਤ ਅਤਿਸ਼ੈ ਬਹੁ ਮਹਤਾਰੀ। ਮਾਤਾ ਜੀ ਅਤਿਸ਼ੇ ਕਰਕੇ ਬਹੁਤਾ ਹੀ ਕਹਿ ਲਓ ਦੁਖੀ ਹੋ ਰਹੇ ਹਨ ਸਤਿਗੁਰਾਂ ਦੇ ਸ਼ੁਭ ਗੁਣਾਂ ਨੂੰ ਯਾਦ ਕਰਦਿਆਂ ਹੋਇਆਂ। ਤਿਆਰੀ ਕਰਨ ਲੱਗੇ ਤਿਸ ਕਾਰਨ। ਇੱਧਰ ਫਿਰ ਸਿੱਖ ਜਿਹੜੇ ਸੀ ਦਿਨ ਚੜ੍ਹਦਾ ਗਿਆ ਤੇ ਬਾਲਾ ਪ੍ਰੀਤਮ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਖਾਲਸਾ ਜੀ ਭਾਰੀ ਤਿਆਰੇ ਹੋਣ ਲੱਗੇ। ਚੰਦਨ ਦੀ ਲੱਕੜ ਜੋ ਸਮੱਗਰੀ ਚਾਹੀਦੀ ਹੈ ਉਹ ਮਹਾਰਾਜ ਦੇ ਸਰੀਰ ਵਾਸਤੇ ਲਿਆਂਦੀ ਹੈ। ਨਿਕਟ ਸਥਲ ਸਭ ਕਰਿਓ ਨਿਹਾਰਨ। ਤੇ ਸੋਹਣਾ ਥਾਂ ਉੱਥੇ ਲਾਗੇ ਮਰਦ ਜਿੱਥੇ ਤੰਬੂ ਹੈ ਉੱਥੇ ਲਾਗੇ ਹੀ ਪਾਤਸ਼ਾਹ ਦੇ ਵਾਸਤੇ ਸੁੰਦਰ ਅਸਥਾਨ ਜਿੱਥੇ ਸੰਸਕਾਰ ਕਰਨਾ ਹੈ। ਸਕਲ ਸਮਗਰੀ ਲੈ ਪਹੁੰਚਾਈ। ਸਿੱਖਾਂ ਨੇ ਉੱਥੇ ਸਾਰੀ ਸਮੱਗਰੀ ਚੰਦਨ ਦੀ ਲੱਕੜ ਤਿਲ ਘਿਓ ਆਦਿਕ ਤੇ ਫੁੱਲ ਆਦਿਕ ਜਿਹੜੇ ਸਾਰੇ ਪਹੁੰਚਣਾ ਕਰ ਦਿੱਤੇ ਹੈ। ਸਾਹੋ ਪ੍ਰਤੀਖਤ ਜੈਪੁਰ ਰਾਈ। ਸਤਿਗੁਰਾਂ ਦੇ ਸੰਸਕਾਰ ਦਾ ਤਿਆਰਾ ਹੋ ਰਿਹਾ ਅੰਮ੍ਰਿਤ ਵੇਲੇ ਦਿਨ ਚੜੇ। ਇਧਰ ਰਾਜਾ ਜੈ ਸਿੰਘ ਉਡੀਕ ਰਿਹਾ ਵੀ ਬਾਦਸ਼ਾਹ ਔਰੰਗਜ਼ੇਬ ਆਉਂਦਾ ਹੀ ਹੋਣਾ ਹੈ। ਇਤਨੇ ਮਹਿ ਇੱਕ ਨਰ ਤਹ ਆਇਓ। ਤੇ ਇਦਾਂ ਫਿਰ ਇਹਨੇ ਨੂੰ ਇੱਕ ਬੰਦਾ ਭੇਜਿਆ ਔਰੰਗਜ਼ੇਬ ਦਾ, ਉਹ ਬਾਦਸ਼ਾਹ ਦਾ ਭੇਜਿਆ ਬੰਦਾ ਰਾਜੇ ਜੈ ਸਿੰਘ ਕੋਲ ਪੁੱਜਾ ਹੈ। ਨ੍ਰਿਪਸੋ ਸਕਲ ਬ੍ਰਤੰਤ ਸੁਨਾਇਓ। ਉਹਨੇ ਜੈ ਸਿੰਘ ਰਾਜੇ ਨਾਲ ਸਾਰੀ ਗੱਲਬਾਤ ਆ ਕੇ ਉਹਦੇ ਕੰਨ 'ਚ ਰਾਜੇ ਜੈ ਸਿੰਘ ਦੇ ਇਸ ਤਰ੍ਹਾਂ ਦੱਸਿਆ ਹੈ। ਹਾਵਤ ਸਾਹੂ ਦੇਰ ਨਹਿ ਕੋਈ। ਵੀ ਔਰੰਗਜ਼ੇਬ ਬਾਦਸ਼ਾਹ ਮਹਿਲ ਤੋਂ ਤੁਰ ਪਿਆ ਬਾਦਸ਼ਾਹ ਸਲਾਮਤ ਤੇ ਕੋਈ ਦੇਰ ਨਹੀਂ ਬਾਦਸ਼ਾਹ ਦੇ ਇੱਥੇ ਪਹੁੰਚਣ ਵਿੱਚ। ਸਵਾਰੀ ਡਿਗ ਪਹੁੰਚਨ ਹੋਈ। ਮੈਨੂੰ ਪਹਿਲਾਂ ਤੋਰ ਦਿੱਤਾ ਬਸ ਉਹਨਾਂ ਦਾ ਜਿਹੜਾ ਰਥ ਹੈ ਉਹਨਾਂ ਦੀ ਪਾਲਕੀ ਔਰੰਗਜ਼ੇਬ ਬਾਦਸ਼ਾਹ ਦੀ। ਇਹ ਰਾਜਾ ਜੈ ਸਿੰਘ ਜੀ ਇੱਥੇ ਲਾਗੇ ਪਹੁੰਚਣ ਵਾਲੀ ਹੋਣੀ, ਉਹਨਾਂ ਸਮਾਂ ਆਪ ਜੀ ਰੋਕ ਕੇ ਰੱਖੋ ਸਿੱਖਾਂ ਨੂੰ ਸੰਸਕਾਰ ਨਾ ਕਰਨ। ਤੋ ਏਦਾਂ ਸਾਧ ਸੰਗਤ ਜੀ ਬਾਦਸ਼ਾਹ ਔਰੰਗਜ਼ੇਬ ਫਿਰ ਜਿਵੇਂ ਪਹੁੰਚਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਮਨ 'ਚ ਬੜਾ ਹੱਸਦਾ ਵੀ ਵੇਖੋ ਮੈਨੂੰ ਦਰਸ਼ਨ ਨਹੀਂ ਦਿੱਤੇ, ਕਹਿੰਦੇ ਸੀ ਅਸੀਂ ਪ੍ਰਤੱਗਿਆ ਪੂਰੀ ਕਰਾਂਗੇ, ਮਰਿਆਦਾ ਪੁਰਸ਼ੋਤਮ ਸਨਗੇ ਤੇ ਉਦੋਂ ਨਹੀਂ ਦਰਸ਼ਨ ਕੀਤੇ। ਹੁਣ ਤਾਂ ਮੈਂ ਦਰਸ਼ਨ ਕਰ ਹੀ ਲੈਣ ਲੱਗਾ ਨਾ। ਜਦੋਂ ਹੀ ਫਿਰ ਮਹਾਰਾਜ ਦੇ ਤੰਬੂ 'ਚ ਵੜਿਆ ਸੀ ਤੇ ਸਤਿਗੁਰਾਂ ਦੇ ਸਰੀਰ ਤੋਂ ਕੱਪੜਾ ਚੁਕਵਾਇਆ ਸਿੱਖ ਨੂੰ ਕਹਿ ਕੇ ਤੇ ਮਹਾਰਾਜ ਦਾ ਸਰੀਰ ਸਭ ਨੂੰ ਦਿਸੇ ਪਿਆ। ਔਰੰਗੇ ਨੂੰ ਮਹਾਰਾਜ ਦੇ ਸਰੀਰ ਦੀ ਥਾਂ ਤੇ ਬਹੁਤ ਡੂੰਘੀ ਧਰਤੀ 'ਚ ਤੇੜ ਪਈ ਦਿਸੇ, ਮਾਨੋ ਧਰਤੀ ਪਾਟ ਗਈ ਹੈ।
ਤੇ ਘਬਰਾ ਕੇ ਡਿੱਗ ਪਿਆ ਮਹਾਰਾਜ ਦੇ ਤੰਬੂ ਦੇ ਵਿੱਚ ਹੀ, ਉੱਥੋਂ ਹੀ ਦੌੜ ਗਿਆ ਪਿਛਾਂ ਡਰਦਾ। ਮਹਾਰਾਜ ਦੇ ਸਰੂਪ ਦੇ ਦਰਸ਼ਨ ਨਾ ਹੋ ਪਾਏ, ਫਿਰ ਵੀ ਅੰਨਾ ਹੀ ਹੋ ਗਿਆ ਅੱਖਾਂ ਤੋਂ। ਏਦਾਂ ਮਹਾਰਾਜ ਨੇ ਸਾਧ ਸੰਗਤ ਜੀ, ਮਹਾਰਾਜ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ। ਮਹਾਰਾਜ ਹੋਣ ਤੇ ਨਾ ਹੋਣ ਇਹਦੇ 'ਚ ਕੋਈ ਫਰਕ ਨਹੀਂ ਖਾਲਸਾ ਜੀ। ਸਤਿਗੁਰੂ ਤਾਂ ਸਦਾ ਹੀ ਹੈ। ਇਹ ਤਾਂ ਸਰੀਰਾਂ ਦੀ ਜਿਹੜੀ ਕਿਰਿਆ ਹੁੰਦੀ, ਜਿਹੜੀ ਮਰਿਆਦਾ ਕੋਈ ਧਾਰਨ ਕਰਦਾ ਹੈ, ਉਸ ਫਿਰ ਉਹਦੀ ਮਰਿਆਦਾ 'ਚ ਫਿਰ ਉਵੇਂ ਨਿਭਣਾ ਪੈਂਦਾ। ਹਰੇਕ ਚੀਜ਼ ਦੀ ਆਪੋ ਆਪਣੀ ਮਰਿਆਦਾ, ਉਵੇਂ ਸਰੀਰ ਦੀ ਵੀ ਮਰਿਆਦਾ ਇੱਕ। ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੇ ਸਰੀਰ ਧਾਰਿਆ ਹੈ, ਉਹ ਫਿਰ ਉਹ ਮਰਿਆਦਾ ਜਿਹੜੀ ਪੂਰੀ ਸੀ, ਉਹ ਮਰਿਆਦਾ ਸਰੀਰਾਂ ਦੀ ਹੁੰਦੀ ਹੈ, ਦੁੱਖ ਸੁੱਖ ਸਰੀਰ ਨੂੰ ਆਉਂਦੇ ਹੈ, ਉਹ ਮਰਿਆਦਾ ਵੀ ਮਹਾਰਾਜ ਨੇ ਪੂਰੀ ਕੀਤੀ ਵੀ ਸਰੀਰਾਂ ਦੀ ਮਰਿਆਦਾ ਮਰਨੇ ਬਾ। ਕਿਉਂਕਿ ਪਰਮੇਸ਼ਰ ਨੇ ਸੰਸਾਰ ਬਣਾਇਆ, ਤੇ ਜੇ ਪਰਮੇਸ਼ਰ ਹੀ ਸੰਸਾਰ ਦੀ ਕੁਦਰਤ ਦੀ ਮਰਿਆਦਾ ਨੂੰ ਮੰਨੇਗਾ ਨਾ, ਤੇ ਹੋਰ ਕੌਣ ਮੰਨੇਗਾ। ਤੋ ਮਹਾਰਾਜ ਨੇ ਤਾਂ ਕਰਕੇ ਫਿਰ ਦਾਸ ਸਰੂਪ ਧਾਰੇ, ਤਾਂ ਕਿ ਖਾਲਸਾ ਪੰਥ ਪਹਿਲਾਂ ਸਿੱਖ ਮਹਾਰਾਜ ਨੇ ਪ੍ਰਗਟ ਕੀਤਾ ਸਿੱਖੀ, ਫਿਰ ਹੌਲੀ 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 ਮਹਾਰਾਜ ਨੇ ਲਿਜਾਣਾ ਸੀ ਸਾਧ ਸੰਗਤ ਜੀ ਨੰਦੇੜ ਸਾਹਿਬ। ਉਹਦੇ ਵਾਸਤੇ 200 ਤੋਂ ਉੱਪਰ 250 ਸਾਲ ਦੇ ਲਗਭਗ ਸਮਾਂ ਲੱਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਪਦੇਸ਼ ਦੇਣ ਤੋਂ ਲੈ ਕੇ ਤੇ ਗੁਰੂ ਮਾਨਿਓ ਗ੍ਰੰਥ ਤੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਨੰਦੇੜ ਸਾਹਿਬ ਗੁਰਤਾ ਦਿੱਤੀ। ਉਹ ਫਿਰ ਇੱਕ ਸਰੀਰ ਨਾਲ ਇੰਨੀ ਉਮਰ ਕਰਕੇ 250 ਸਾਲ, ਕਲਯੁੱਗ ਦੀ ਵਿਧੀ ਵਿਧਾਨ ਵੀ 100 ਵਰੇ ਔਸਤਨ ਉਮਰ ਹੈ ਕਲਯੁੱਗ ਦੀ ਵਿੱਚ ਮਨੁੱਖ ਦੀ। ਮਨੁੱਖਾ ਜਾਮਾ ਪਾਤਸ਼ਾਹ ਨੇ ਧਾਰਿਆ, ਚਾਹੇ ਗੁਰੂ ਨਾਨਕ ਸਾਹਿਬ ਸਰੂਪ 'ਚ ਹੀ ਮਹਾਰਾਜ ਉੱਥੇ ਪਹੁੰਚ ਸਕਦੇ ਸੀ ਨੰਦੇੜ ਸਾਹਿਬ, ਮਹਾਰਾਜ ਕੋਲ ਕੀ ਨਹੀਂ ਹੈ। ਪਰ ਉਹ ਮਹਾਰਾਜ ਨੇ ਵਿਧੀ ਵਿਧਾਨ ਵੀ ਉਵੇਂ ਹੀ ਰੱਖਿਆ, ਸੰਸਾਰ ਦੀ ਮਰਿਆਦਾ ਨਹੀਂ ਭੰਗ ਕੀਤੀ। ਸਤਿਗੁਰੂ ਮਰਿਆਦਾ ਪੁਰਸ਼ੋਤਮ ਹਨ ਸੱਚੇ ਪਾਤਸ਼ਾਹ ਜੀ। ਉਹ ਮਨੁੱਖਾਂ ਸਰੀਰਾਂ ਦੀ ਜਿਹੜੀ ਖੇਡ ਹੁੰਦੀ, ਜਿਵੇਂ ਜੰਮਣਾ, ਵੱਡੇ ਹੋਣਾ, ਬੁੱਢੇ ਹੋਣਾ, ਚੜ੍ਹਾਈ ਕਰ ਜਾਣਾ, ਉਹ ਮਰਿਆਦਾ ਵਿੱਚ ਅਕਾਲ ਪੁਰਖ ਵਰਤਿਆ। ਤੇ ਇੰਨਾ ਸਮਾਂ ਲੱਗਦਾ ਸੀ 250 ਸਾਲ, ਤਾਂ ਮਹਾਰਾਜ ਨੇ ਫਿਰ 10 ਸਰੂਪ ਧਾਰੇ ਉਨੇ ਸਮੇਂ ਵਿੱਚ। ਉਹ ਇੱਦਾਂ ਆਪਾਂ ਮਹਾਰਾਜ ਦੇ 8ਵੇਂ ਸਰੂਪ ਦੀ ਕਥਾ ਜਿਹੜੀ ਉਹ ਸਰਵਣ ਕੀਤੀ ਹੈ। ਅੱਗੇ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਸੰਗ ਆਉਣਗੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਥਾਏ, ਉਹ ਸਾਰੇ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਇਤਨੇ ਮਹਿ ਏਕ ਨਰ ਤਹ ਆਇਓ, ਨਿਰਭਸੋ ਸਕਲ ਬ੍ਰਤੰਤ ਸੁਨਾਇਓ। ਆਵਤ ਸਾਹੋ ਦੇਰ ਨਹਿ ਕੋਈ, ਅਸਵਾਰੀ ਟਿਕ ਪਹੁੰਚਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।